वाहिगुरु जी का खालसा वाहिगुरु जी की फतेह। गुरु प्यारी गुरु सवारी साध संगत, आप जी शाम ਦੀ ਆਨਲਾਈਨ ਗੁਰਮਤਿ ਕਲਾਸ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸੰਥਿਆ ਆਰੰਭ ਕੀਤੀ ਹੈ। ਮਾਝ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਸ਼ਬਦਾਂ ਦੀ ਸੰਥਿਆ ਤੇ ਵਿਚਾਰ ਚੱਲ ਰਹੀ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ, ਸਰਬੱਤ ਸੰਗਤ ਦਾ ਧੰਨਵਾਦ। ਆਓ ਸਤਿਗੁਰਾਂ ਦੀ ਪਾਵਨ ਬਾਣੀ ਦੀ ਆਰੰਭਤਾ ਸੰਥਿਆ ਦੀ ਆਰੰਭਤਾ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵੋ ਸਾਜਨ ਮੀਤ, ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗਮ ਅਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਓ। ਆਓ ਸਾਜਨ ਸੰਤ ਮੀਤ ਪਿਆਰੇ। हे संत, हे सज्जन, हे गुरमुख प्यारियो, मेरे कोल आओ। मिल गावे गुण अगम अपारे। आओ ते आपां गुण गाइए। किहदे गुण गाइए? वो जिहड़ा अगम है, अपार वाहिगुरु है, जिहदे तक जो बेअंत है, अपहुँच है, जिहदे तक कोई पहुँच नहीं सकता, उहदे गुण गाउने करिए। गावत सुनत सभे ही मुक्ते, क्योंकि उहदे गुण गाउण दे नाल ਤੇ ਉਹਦੇ ਗੁਣ ਸੁਣਨ ਦੇ ਨਾਲ, ਗਾਵਤ ਸੁਣਤ ਸਭੇ ਹੀ ਮੁਕਤੇ, ਸਾਰੇ ਮੁਕਤ ਹੋ ਜਾਂਦੇ ਆ, ਮਾਇਆ ਦੇ ਬੰਧਨ ਕੱਟੇ ਜਾਂਦੇ ਆ, ਮੁਕਤ ਜੀਵਨ ਉਹਨੂੰ ਪ੍ਰਾਪਤ ਹੁੰਦਾ ਜਿਹੜਾ ਉਹਦੇ ਗੁਣ ਗਾਉਂਦਾ ਹੈ, ਸੁਣਦਾ ਹੈ। ਸੋ ਧਿਆਈਏ ਜਿਨ ਹਮ ਕੀਏ ਜੀਓ। ਇਸ ਕਰਕੇ ਉਹਨੂੰ ਧਿਆਉਣਾ ਕਰੀਏ ਜਿਹਨੇ ਸਾਨੂੰ ਬਣਾਇਆ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਸ ਕਾਰਜ ਵਾਸਤੇ ਉਹਨੇ ਪੈਦਾ ਕੀਤਾ ਹੈ, ਉਸ ਕਾਰਜ ਨੂੰ ਕਰੀਏ, ਉਹਨੂੰ ਯਾਦ ਕਰੀਏ, ਉਸ ਵਾਹਿਗੁਰੂ ਨੂੰ, ਉਸ ਅਕਾਲ ਪੁਰਖ ਨੂੰ, ਉਹਦੇ ਗੁਣ ਗਾਈਏ, ਉਹਦੇ ਗਣ ਸੁਣੀਏ। ਜਨਮ ਜਨਮ ਕੇ ਕਿਲ ਬਿਖ ਜਾਵਹਿ, ਮਨ ਚਿੰਦੇ ਸੇਈ ਫਲ ਪਾਵਹਿ, ਸਿਮਰ ਸਿਮਰ ਸਾਹਿਬ ਸੋ ਸਾਚਾ, ਸਿਮਰ ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਬਸ ਕੋ ਦੀਏ ਜੀਓ। ਜਨਮ ਜਨਮ ਕੇ ਕਿਲ ਵਿਖ ਜਾਵੇ। ਉਹਦੇ ਗੁਣ ਗਾਉਣ ਦੇ ਨਾਲ, ਉਹਦੇ ਗੁਣ ਸੁਣਨ ਦੇ ਨਾਲ, ਉਹਨੂੰ ਯਾਦ ਕਰਨ ਦੇ ਨਾਲ, ਉਹਨੂੰ ਧਿਆਉਣ ਦੇ ਨਾਲ, ਸਤਿਗੁਰੂ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਜਿੰਨੇ ਵੀ ਕਿਲ ਬਿਖ ਪਾਪ ਕੀਤੇ ਹਨ, ਉਹ ਦੂਰ ਹੋ ਜਾਂਦੇ ਆ, ਨਾਸ਼ ਹੋ ਜਾਂਦੇ, ਖਤਮ ਹੋ ਜਾਂਦੇ ਪਾਪ। ਕਿਲ ਬਿਖ ਦਾ ਅਰਥ ਪਾਪ। ਜਨਮਾਂ ਜਨਮਾਂਤਰਾਂ ਦੇ ਕਿਲ ਬਿਖ ਪਾਪ ਚਲੇ ਜਾਂਦੇ ਆ, ਨਾਸ਼ ਹੋ ਜਾਂਦੇ ਆ। ਮਨ ਚਿੰਦੇ ਸੇਈ ਫਲ ਪਾਏ। ਤੇ ਮਨ ਦੇ ਵਿੱਚ ਜਿਸ ਵੀ ਫਲ ਦੀ ਇੱਛਾ ਹੈ, ਜੋ ਵੀ ਚਾਹੁੰਦੇ ਹਾਂ, ਉਹ ਪ੍ਰਾਪਤ ਹੋ ਜਾਂਦਾ। ਸਹੀ ਫਲ ਪਾਏ, ਉਹੀ ਫਲ, ਉਹੀ ਇੱਛਾ ਪੂਰੀ ਹੋ ਜਾਂਦੀ ਜਿੰਨੀ ਮਨ ਨੂੰ ਲੋੜ ਹੁੰਦੀ ਹੈ। ਸਿਮਰ ਸਾਹਿਬ ਸੋ ਸੱਚ ਸੁਆਮੀ। ਉਸ ਸਾਹਿਬ ਨੂੰ, ਉਸ ਸੱਚੇ ਸੁਆਮੀ ਨੂੰ ਸਿਮਰਨਾ ਕਰੀਏ। ਰਿਜਕ ਸਬਸ ਕੋ ਦੀਏ ਜੀਓ। ਜਿਹਨੇ ਸਾਰਿਆਂ ਨੂੰ ਰਿਜਕ ਦਿੰਦਾ ਹੈ, ਜਿਹੜਾ ਜਿਹਨੇ ਸਾਰਿਆਂ ਨੂੰ ਰਿਜਕ ਦਿੱਤਾ ਹੈ, ਜਿਹੜਾ ਦੇ ਰਿਹਾ ਹੈ, ਉਸ ਵਾਹਿਗੁਰੂ ਨੂੰ, ਉਸ ਸੁਆਮੀ ਨੂੰ, ਉਸ ਮਾਲਕ ਨੂੰ, ਉਸ ਸਾਹਿਬ ਨੂੰ ਸਿਮਰਨਾ ਕਰੀਏ, ਜਿਹੜਾ ਸੱਚਾ ਹੈ, ਜਿਹੜਾ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ। ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈਐ, ਜਿਨ ਸੇਵਿਆ ਸੋ ਪਾਰ ਗਿਰਾਮੀ, ਕਾਰਜ ਸਗਲੇ ਥੀਏ ਜੀਓ। ਨਾਮ ਜਪਤ ਸਰਬ ਸੁਖ ਪਾਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਨਾਮ ਜਪੋਗੇ ਤੇ ਸਾਰੇ ਸੁਖ ਪ੍ਰਾਪਤ ਹੋਣਗੇ। ਨਾਮ ਜਪਣ ਦੇ ਨਾਲ ਸਰਬ ਸੁਖ, ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ। ਸਭ ਭਉ ਬਿਨਸੈ। ਭਉ ਦਾ ਅਰਥ ਡਰ। ਸਾਰੇ ਡਰ ਨਾਸ਼ ਹੋ ਜਾਂਦੇ ਆ, ਬਿਨਸ ਜਾਂਦੇ, ਖਤਮ ਹੋ ਜਾਂਦੇ ਆ। ਹਰ ਹਰ ਧਿਆਈਏ। ਜਿਹੜਾ ਉਸ ਹਰੀ ਵਾਹਿਗੁਰੂ ਨੂੰ ਧਿਆਉਂਦਾ ਹੈ ਨਾ, ਉਹਦੇ ਸਾਰੇ ਭਉ, ਸਾਰੇ ਡਰ ਖਤਮ ਹੋ ਜਾਂਦੇ ਆ।
जिन सेविया सो पार ग्रामी, जिन्हां ने सेविया है, भाव सिमरिया है पार ग्रामी, भाव संसार समुंदर तो परले पासे पहुँचाउण जोगा जिहड़ा वाहिगुरू है, जिहड़ा पार करन वाला है, जिन्हां ने ਉਹਨੂੰ ਸਿਮਰਿਆ ਹੈ, ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਵਾਹਿਗੁਰੂ ਨੂੰ ਕਾਰਜ ਸਗਲੇ ਥੀਏ ਜੀਓ। ਉਹਨਾਂ ਦੇ ਸਾਰੇ ਕਾਰਜ ਜਿਹੜੇ ਥੀਏ ਹੋ ਜਾਂਦੇ ਆ, ਸਿਰੇ ਚੜ ਜਾਂਦੇ ਆ, ਜਿਹੜੇ ਉਸ ਵਾਹਿਗੁਰੂ ਨੂੰ, ਉਸ ਪਾਰ ਗ੍ਰਾਮੀ ਅਕਾਲ ਪੁਰਖ ਨੂੰ ਸਿਮਰਦੇ ਆ, ਜਿਹੜੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਆ, ਜਿਹੜੇ ਸੇਵਦੇ ਆ। ਆਏ ਪਿਆ ਤੇਰੀ ਸ਼ਰਨਾਈ, ਜਿਉ ਪਾਵੇ ਤਿਉ ਲਹਿ ਮਿਲਾਈ, ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਿਆ। ਆਏ ਪਿਆ ਤੇਰੀ ਸ਼ਰਨਾਈ, ਤੇਰੀ ਸ਼ਰਨ ਦੇ ਵਿੱਚ ਆਣ ਕੇ ਪੈ ਗਿਆ ਹਾਂ। ਜਿਉਂ ਭਾਵੈ ਤਿਉਂ ਲਹਿ ਮਿਲਾਈ, ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਵੇਂ ਹੀ ਸਾਨੂੰ ਤੂੰ ਆਪਣੇ ਨਾਲ ਮਿਲਾ ਲੈ, ਉਵੇਂ ਰੱਖ ਲੈ, ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਕਰ ਕਿਰਪਾ ਪ੍ਰਭ ਭਗਤੀ ਲਾਓ, ਕਿਰਪਾ ਕਰਕੇ ਸਾਨੂੰ ਆਪਣੀ ਪ੍ਰੇਮਾ ਭਗਤੀ ਦੇ ਵਿੱਚ ਲਾਓ, ਅਸੀਂ ਤੁਹਾਡੀ ਭਗਤੀ ਕਰੀਏ, ਐਸੀ ਕਿਰਪਾ ਸਾਡੇ ਉੱਤੇ ਕਰੋ। ਸੱਚ ਨਾਨਕ ਅੰਮ੍ਰਿਤ ਪੀਏ ਜੀਓ। ਹੇ ਸੱਚੇ ਵਾਹਿਗੁਰੂ ਜੀ, ਮੈਂ ਨਾਨਕ ਅੰਮ੍ਰਿਤ ਪੀਵਾਂ ਤੁਹਾਡੇ ਨਾਮ ਦਾ, ਤੁਹਾਡੀ ਭਗਤੀ ਦਾ ਅੰਮ੍ਰਿਤ ਪੀਵਾਂ। ਮੇਰੇ ਉੱਤੇ ਇਹ ਕਿਰਪਾ ਕਰੋ ਕਿ ਮੈਂ ਜਿਹੜਾ ਕਦੀ ਖਤਮ ਨਾ ਹੋਣ ਵਾਲਾ ਨਾਮ ਦਾ ਅੰਮ੍ਰਿਤ ਪੀਂਦਾ ਰਵਾਂ, ਐਸੀ ਕਿਰਪਾ ਮੇਰੇ ਉੱਤੇ ਕਰੋ। ਮਾਝ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਜੀ। ਭੈ ਕਿਰਪਾਲ ਗੋਵਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਸਤਿਗੁਰਾਂ ਨੇ ਉਦਾਹਰਨ ਬੜੀ ਸੋਹਣੀ ਦਿੱਤੀ। ਮੇਘ ਬੱਦਲ ਵਰਸੈ, ਵਰਸਦਾ ਹੈ ਸਭਨੀ ਥਾਈ, ਹਰ ਜਗ੍ਹਾ ਦੇ ਉੱਤੇ। ਸਤਿਗੁਰ ਕਹਿੰਦੇ ਆ ਭਾਈ, ਮੇਘ ਭਾਵ ਬੱਦਲ ਹਰ ਥਾਂ ਤੇ ਵਰਸਦਾ ਹੈ, ਦੀਨ ਦਇਆਲ ਸਦਾ ਕਿਰਪਾਲਾ। ਤੇ ਜਦੋਂ ਉਹ ਦੀਨ ਵਾਹਿਗੁਰੂ ਅਕਾਲ ਪੁਰਖ ਦਇਆ ਦੇ ਘਰ ਦੇ ਵਿੱਚ ਆਉਂਦਾ ਹੈ, ਠੰਡ ਪਾਈ ਕਰਤਾਰੇ ਜੀਓ, ਉਹ ਠੰਡ ਪਾ ਦਿੰਦਾ ਹੈ। ਜਿਵੇਂ ਬਰਖਾ ਹੋਣ ਦੇ ਨਾਲ ਮੌਸਮ ਠੰਡਾ ਹੋ ਜਾਂਦਾ, ਉਸੇ ਪ੍ਰਕਾਰ ਜਦੋਂ ਗੁਰੂ ਰੂਪੀ ਮੇਘ ਵਰਸਦਾ ਹੈ। ਭੈ ਕਿਰਪਾਲ ਗੋਵਿੰਦ ਗੁਸਾਈ, ਵਾਹਿਗੁਰੂ ਇੱਕ ਪੰਕਤੀ ਰਹਿ ਗਈ। ਭੈ ਕਿਰਪਾਲ, ਜਦੋਂ ਉਹ ਕਿਰਪਾ ਦੇ ਘਰ ਦੇ ਵਿੱਚ ਆਉਂਦਾ ਹੈ, ਕਿਰਪਾਲ ਗੋਵਿੰਦ, ਗੋ ਧਰਤੀ ਦਾ ਸਾਈਂ ਖਸਮ, ਉਹ ਗੁਸਾਈ ਅਕਾਲ ਪੁਰਖ ਵਾਹਿਗੁਰੂ ਜਦੋਂ ਕਿਰਪਾ ਦੇ ਘਰ ਦੇ ਵਿੱਚ ਆਉਂਦਾ, ਮੇਘ ਵਰਸੈ ਸਭਨੀ ਥਾਈ, ਤੇ ਉਹਦੀ ਕਿਰਪਾ ਦੇ ਨਾਲ ਇਹ ਬਾਹਰੀ ਮੀਂਹ ਵੀ ਵਰਸਦਾ ਹੈ, ਬਾਹਰੀ ਮੇਘ ਬੱਦਲ ਵੀ ਵਰਦੇ ਹਨ, ਉੱਚੇ ਨੀਵੇਂ ਥਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਵਰਸਦੇ ਹਨ। ਦੀਨ ਦਇਆਲ ਸਦਾ ਕਿਰਪਾਲਾ, ਉਹ ਦੀਨ ਦਿਆਲ ਵਾਹਿਗੁਰੂ ਜਿਹੜਾ ਹੈ, ਸਦਾ ਕਿਰਪਾਲਾ ਜਿਹੜਾ ਹੈ, ਕਿਰਪਾ ਦਾ ਘਰ ਹੈ, ਉਹਦੀ ਕਿਰਪਾ ਦੇ ਨਾਲ ਠੰਡ ਵਰਤ ਜਾਂਦੀ ਹਰ ਪਾਸੇ ਜਦੋਂ ਵਰਖਾ ਹੋ ਜਾਂਦੀ ਹੈ। ਇਸੇ ਪ੍ਰਕਾਰ ਅੰਤਰੀਵੀ ਅਰਥ ਦੇ ਕਰਾਂਗੇ। ਭੈ ਕਿਰਪਾਲ ਗੋਵਿੰਦ ਗੁਸਾਈ, ਜਦੋਂ ਉਹ ਕਿਰਪਾ ਦੇ ਘਰ ਦੇ ਵਿੱਚ ਆਉਂਦਾ ਹੈ, ਉਹ ਗੋਬਿੰਦ ਦਿਆਲੂ ਵਾਹਿਗੁਰੂ, ਤੇ ਨਾਮ ਰੂਪੀ ਮੇਘ ਬੱਦਲ ਜਿਹੜਾ ਹੈ ਉਹ ਵਰਸਦਾ ਹੈ ਸਾਰੀਆਂ ਜਗ੍ਹਾ ਦੇ ਉੱਤੇ, ਜਾਂ ਗੁਰੂ ਰੂਪੀ ਬੱਦਲ ਜਿਹੜਾ ਹੈ ਉਹ ਸਾਰਿਆਂ ਦੇ ਉੱਤੇ ਵਰਤਦਾ ਹੈ ਮਿਹਰ ਰੂਪੀ ਆਪਣੀ ਕਿਰਪਾ ਦੇ ਨਾਲ। ਦੀਨ ਦਇਆਲ ਸਦਾ ਕਿਰਪਾਲਾ, ਉਹ ਦੀਨ ਦਇਆਲੂ ਕਿਰਪਾਲੂ ਜਿਹੜਾ ਹੈ ਵਾਹਿਗੁਰੂ, ਉਹਦੀ ਕਿਰਪਾ ਦੇ ਸਦਕਾ ਠੰਡ ਪਾਈ ਕਰਤਾਰੇ ਜੀ। ਜਦੋਂ ਨਾਮ ਰੂਪੀ ਬੱਦਲ ਵਰਸਦਾ ਹੈ ਤੇ ਜੀਵਨ ਦੇ ਵਿੱਚ ਠੰਡ ਵਰਤ ਜਾਂਦੀ ਹੈ। ਨਾਮ ਦੀ ਬਰਕਤ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ। ਜਦੋਂ ਮੇਘ ਵਰਸਦਾ ਹੈ, ਨਾਮ ਰੂਪੀ ਮੇਘ, ਜਦੋਂ ਗੁਰੂ ਰੂਪੀ ਮੇਘ ਵਰਖਾ ਕਰਦਾ ਹੈ ਨਾਮ ਦੀ, ਤੇ ਉਸ ਸਮੇਂ ਫਿਰ ਠੰਡ ਪੈ ਜਾਂਦੀ ਹੈ ਅੰਦਰ। ਆਪਣੇ ਜੀ ਜੰਤ ਪ੍ਰਤਪਾਰੇ, ਜੀਓ ਬਾਰਿਕ ਮਾਤਾ ਸੰਮਾਰੇ, ਦੁਖ ਪੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ। ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਹੈ। ਜੀ ਜੰਤ, ਆਪਣੇ ਜੀ ਜੰਤ ਪ੍ਰਤਪਾਰੇ, ਆਪਣਿਆਂ ਜੀਆਂ ਨੂੰ, ਜਨਤਾ ਨੂੰ ਪ੍ਰਤਪਾਲਣਾ ਕਰਨ ਵਾਲਾ ਹੈ। ਜੀਓ ਜਿਉ ਬਾਰਕ,
ਵਾਹਿਗੁਰੂ। ਇੱਥੇ ਸਾਧ ਸੰਗਤ ਆਪ ਜੀ ਨੇ ਥੋੜ੍ਹਾ ਜਿਹਾ ਇੱਥੇ ਜਿਉਂ ਬਾਲਕ ਹੈ, ਜੱਜੇ ਨੂੰ ਸਿਹਾਰੀ ਲੱਗੀ ਹੈ ਅਤੇ ਉਹ ਜਿਸ ਆਪਾਂ PDF ਤੋਂ ਫਾਈਲ ਤੋਂ ਕਰਦੇ ਪਏ ਹਾਂ, ਉਹਦਾ ਕਰਕੇ ਇੱਥੇ ਥੋੜ੍ਹੀ ਗਲਤੀ ਹੈ, ਆਪ ਜੀ ਨੇ ਸੁਧਾਰ ਲੈਣਾ। ਜੀਓ ਸ਼ਬਦ ਨਹੀਂ, ਜਿਉਂ, ਜੱਜੇ ਨੂੰ ਸਿਹਾਰੀ ਹੈ, ਇਹ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੇਖ ਲੈਣਾ, ਇੱਥੇ ਥੋੜ੍ਹੀ ਗਲਤੀ ਹੈ। ਜਿਉਂ ਬਾਰਿਕ ਮਾਤਾ ਸੰਭਾਰੇ, ਕਹਿੰਦੇ ਜਿਵੇਂ ਮਾਤਾ ਬੱਚੇ ਨੂੰ ਸੰਭਾਲਦੀ ਹੈ ਨੇ ਆਪਣੇ ਨੂੰ, ਉਸੇ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਆਪਣੇ ਜੀਆਂ ਦੀ ਸੰਭਾਲ ਕਰਦਾ ਹੈ। ਜਦੋਂ ਲੋੜ ਹੁੰਦੀ ਹੈ ਬੱਦਲ ਦੀ ਵਰਖਾ ਕਰ ਦਿੰਦਾ ਹੈ, ਜਦੋਂ ਲੋੜ ਹੁੰਦੀ ਹੈ ਨਾਮ ਦੀ ਵਰਖਾ ਕਰਦਾ ਹੈ, ਕਿਉਂਕਿ ਉਹ ਸਾਡਾ ਮਾਤਾ ਹੈ ਅਤੇ ਸਾਨੂੰ ਬਾਲਕਾਂ ਦੀ ਤਰ੍ਹਾਂ, ਬੱਚਿਆਂ ਦੀ ਤਰ੍ਹਾਂ ਸਾਡੀ ਪ੍ਰਤਪਾਲਣਾ ਕਰਦਾ ਹੈ। ਦੁੱਖ ਭੰਜਨ ਸੁਖ ਸਾਗਰ ਸੁਆਮੀ, ਉਹ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਭੰਨਣ ਵਾਲਾ ਹੈ ਦੁੱਖਾਂ ਨੂੰ, ਸੁੱਖਾਂ ਦਾ ਸਾਗਰ ਹੈ ਸੁਆਮੀ ਵਾਹਿਗੁਰੂ ਮਾਲਕ। ਦੇਤ ਸਗਲ ਆਹਾਰੇ ਜੀਓ, ਉਹ ਸਾਰਿਆਂ ਨੂੰ ਆਹਾਰ ਦਿੰਦਾ ਹੈ, ਆਹਾਰ ਖੁਰਾਕ ਦੇਣ ਵਾਲਾ ਹੈ ਮਾਲਕ ਵਾਹਿਗੁਰੂ। ਹਰ ਕਿਸੇ ਨੂੰ ਖੁਰਾਕ ਦਿੰਦਾ ਹੈ, ਹਰ ਕਿਸੇ ਨੂੰ ਉਹਦਾ ਜਿਹੋ ਜਿਹਾ ਆਹਾਰ ਹੈ ਉਹਨੂੰ ਬਖਸ਼ਿਸ਼ ਕਰਨ ਵਾਲਾ ਹੈ, ਉਹਨੂੰ ਉਹ ਆਹਾਰ ਦਿੰਦਾ ਹੈ ਵਾਹਿਗੁਰੂ। ਜਲ ਥਲ ਪੂਰ ਰਿਆ ਮਿਹਰਵਾਨਾ, ਸਦ ਬਲਿਹਾਰ ਜਾਈਏ ਕੁਰਬਾਨਾ। ਰਹਿਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਦਾਰੇ ਜੀਓ। ਜਲ ਥਲ ਪੂਰ ਰਹਿਆ ਮਿਹਰਵਾਨਾ, ਉਹ ਮਿਹਰਵਾਨ ਵਾਹਿਗੁਰੂ ਜਲ ਦੇ ਵਿੱਚ, ਥਲ ਦੇ ਵਿੱਚ, ਸਭ ਜਗ੍ਹਾ ਦੇ ਉੱਤੇ ਪਰਿਪੂਰਨ ਹੈ। ਪੂਰ ਰਹਿਆ ਭਾਵ ਵਿਆਪ ਰਿਹਾ ਹਰ ਜਗ੍ਹਾ ਦੇ ਉੱਤੇ, ਉਹੀ ਹੈ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖੀ। ਸਦ ਬਲਹਾਰ ਜਾਈਏ ਕੁਰਬਾਨਾ, ਸਤਿਗੁਰ ਕਹਿੰਦੇ ਸਦਾ ਬਲਹਾਰ ਨੇ ਜਾਓ ਗੁਰਸਿੱਖੋ, ਤੇ ਕੁਰਬਾਨ ਜਾਣਾ ਚਾਹੀਦਾ ਐਸੇ ਵਾਹਿਗੁਰੂ ਤੋਂ ਜਿਹੜਾ ਹਰ ਜਗ੍ਹਾ ਦੇ ਉੱਤੇ ਕਿਰਪਾ ਦਾ ਘਰ ਹੋ ਕੇ ਹਰ ਜਗ੍ਹਾ ਦੇ ਉੱਤੇ ਪਰਿਪੂਰਨ ਹੈ, ਮਿਹਰਬਾਨ ਹੋ ਕਰਕੇ। ਰਹਿਣ ਦੇ ਦਿਨਸ ਤੇ ਸਦਾ ਧਿਆਈ, ਭਾਈ ਉਹਨੂੰ ਦਿਨ ਰਹਿਣ ਹਰ ਵੇਲੇ ਧਿਆਉਣਾ ਕਰੋ, ਸਦਾ ਉਹਨੂੰ ਯਾਦ ਕਰਨਾ ਕਰੋ। ਜੇ ਖਿਨ ਮੈਂ ਸਗਲ ਉਧਾਰੇ ਜੀਓ, ਜੇ ਭਾਵ ਜਿਹੜਾ ਇੱਕ ਖਿਣ ਦੇ ਵਿੱਚ ਵਿਕਾਰਾਂ ਤੋਂ ਬਚਾ ਲੈਂਦਾ ਹੈ, ਜਿਹੜਾ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਬਚਾਉਣ ਵਾਲਾ ਪ੍ਰਭੂ ਵਾਹਿਗੁਰੂ ਹੈ, ਇੱਕ ਖਿਣ ਨਹੀਂ ਲਾਉਂਦਾ। ਜਦੋਂ ਉਹਨੇ ਕਿਰਪਾ ਕਰਨੀ ਹੈ ਨਾ, ਇੱਕ ਖਿਣ ਦੇ ਵਿੱਚ ਉਹਨੇ ਪਾਪ ਨਾਸ਼ ਕਰ ਦੇਣੇ ਆ। ਇਸ ਕਰਕੇ ਭਾਈ ਉਹਨੂੰ ਦਿਨ ਰਾਤ ਉਹਨੂੰ ਧਿਆਉਣਾ ਕਰੋ, ਯਾਦ ਕਰਨਾ ਕਰੋ। ਰਾਖ ਲਈਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਰਾਖ ਲਈਏ ਸਗਲੇ ਪ੍ਰਭ ਆਪੇ, ਉਸ ਰੱਖਣਹਾਰ ਪ੍ਰਭੂ ਨੇ ਆਪ ਹੀ ਬਚਾ ਲਿਆ ਦੁੱਖਾਂ ਤੋਂ। ਰਾਖ ਲਈਏ ਸਗਲੇ ਪ੍ਰਭ ਆਪੇ, ਸਗਲਿਆਂ ਨੂੰ, ਸਾਰਿਆਂ ਨੂੰ, ਜਿਹੜੇ ਜਿਹੜੇ ਉਹਦੀ ਸ਼ਰਨ ਦੇ ਵਿੱਚ ਆਏ ਉਹਨਾਂ ਸਾਰਿਆਂ ਨੂੰ ਪਰਮੇਸ਼ਰ ਰੱਖ ਲੈਂਦਾ, ਜਿਹੜਾ ਉਹਦੀ ਸ਼ਰਨ ਚ ਆਉਂਦਾ ਹੈ, ਜਿਹੜਾ ਉਹਨੂੰ ਜਪਦਾ ਹੈ। ਉਤਰ ਗਏ ਸਭ ਸੋਗ ਸੰਤਾਪੇ, ਤੇ ਜਿਹੜੇ ਉਹਦੀ ਸ਼ਰਨ ਚ ਆਏ, ਜਿਨ੍ਹਾਂ ਨੂੰ ਰੱਖ ਲਿਆ ਉਹਨੇ, ਉਹਨਾਂ ਦੇ ਸਾਰੇ ਤਰ੍ਹਾਂ ਦੇ ਸੋਗ ਸੰਤਾਪ ਦੁੱਖ ਦਲਿੱਦਰ ਕਲੇਸ਼ ਸਾਰੇ ਖਤਮ ਹੋ ਗਏ। ਉਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰਿਆਵਲ, ਉਹਨਾਂ ਦਾ ਨਾਮ ਜਪਣ ਦੇ ਨਾਲ ਮਨ ਵੀ ਤੇ ਤਨ ਵੀ ਹਰਿਆ ਹੋ ਗਿਆ, ਹਰਿਆਵਲ। ਪ੍ਰਭ ਨਾਨਕ ਨਦਰ ਨਿਹਾਰੇ ਜੀਓ, ਸਤਿਗੁਰ ਕਹਿੰਦੇ ਆ ਭਾਈ ਉਹ ਪ੍ਰਭੂ ਨੇ ਨਦਰ ਕਰਕੇ, ਮਿਹਰ ਕਰਕੇ, ਆਪਣੀ ਮਿਹਰ ਦੀ ਨਿਗਾਹ ਕਰਕੇ ਆਪ ਨਿਹਾਰਿਆ ਹੈ। ਭਾਵ ਆਪ ਹੀ ਉਹ ਸਾਰਿਆਂ ਜੀਵਾਂ ਨੂੰ ਵੇਖ ਰਿਹਾ ਹੈ ਤੇ ਆਪ ਹੀ ਹਰਿਆ ਭਰਿਆ ਕਰ ਰਿਹਾ ਹੈ ਮਨ ਤਨ ਸਾਰਿਆਂ ਦਾ, ਜਿਹੜੇ ਉਹਦੀ ਸ਼ਰਨ ਦੇ ਵਿੱਚ ਆ ਜਾਂਦੇ ਆ। ਮਾਝ ਮਹੱਲਾ ਪੰਜਵਾਂ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਤਾ, ਸੇ ਨਗਰ ਉਜਾੜੀ ਜੀਓ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸਤਿਗੁਰ ਕਹਿੰਦੇ ਜਿਸ ਜਗ੍ਹਾ ਦੇ ਉੱਤੇ, ਜਿਸ ਥਾਂ ਤੇ ਉਸ ਪਿਆਰੇ ਪ੍ਰਭੂ ਦਾ ਨਾਮ ਸਿਮਰੀਦਾ ਹੈ, ਜਿੱਥੇ ਨਾਮ ਜਪੀਐ ਪ੍ਰਭ ਜਾ ਪਿਆਰੇ, ਜਿੱਥੇ ਨਾਮ ਜਪਿਆ ਜਾਂਦਾ ਹੈ ਉਸ ਪਿਆਰੇ ਪ੍ਰਭੂ ਦਾ, ਅਕਾਲ ਪੁਰਖ ਦਾ, ਸੇ ਅਸਥਲ ਸੋਇਨ ਚੁਬਾਰੇ। ਅਸਥਲ
ਭਾਵ ਉਹ ਰੜੇ ਥਾਂ ਵੀ ਮਨ ਸੋਨੇ ਦੇ ਚਬਾਰਿਆਂ ਵਰਗੇ ਆ। ਅਸਥਲ ਦਾ ਅਰਥ ਹੁੰਦਾ ਹੈ ਜਿਹੜਾ ਰੋੜਿਆਂ ਵਾਲਾ ਥਾਂ ਹੋਵੇ, ਟੋਏ ਟਿੱਬੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸਤਿਗੁਰੂ ਕਹਿੰਦੇ ਭਾਵੇਂ ਕੋਈ ਮਨੁੱਖ ਰੜੇ ਜਗ੍ਹਾ ਦੇ ਉੱਤੇ ਬੈਠਾ ਹੈ, ਜਿਹਦੇ ਕੋਲ ਘਰ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਭਾਵੇਂ ਰੋੜਾਂ ਤੇ ਕਿਉਂ ਨਹੀਂ ਸੌਂਦਾ ਉਹ, ਪਰ ਜੇ ਉਹ ਨਾਮ ਜਪਦਾ ਨਾ, ਮਹਾਰਾਜ ਕਹਿੰਦੇ ਸੋਈਨੇ ਦੇ ਚੁਬਾਰਿਆਂ ਵਰਗੀ ਉਹਦੀ ਜ਼ਿੰਦਗੀ ਹੈ, ਜਿਵੇਂ ਸੋਨੀਆਂ ਦੇ ਚੁਬਾਰਿਆਂ 'ਚ ਰਹਿੰਦਾ ਹੋਵੇ। ਸੇ ਅਸਥਿਲ ਸੋਇਨ ਚੁਬਾਰੇ, ਜਿੱਥੇ ਨਾਮ ਨ ਜਪੀਏ ਮੇਰੇ ਗੋਇੰਦਾ। ਗੋਇੰਦਾ ਪੜ੍ਹਨਾ ਹੈ, ਗੋਇੰਦਾ। ਗੋਇੰਦਾ ਦਾ ਅਰਥ ਵੀ ਗੋਬਿੰਦ ਹੀ ਹੁੰਦਾ, ਸ਼ਬਦ ਗੋਇੰਦਾ ਹੈ, ਇਸ ਕਰਕੇ ਆਪਾਂ ਗੋਇੰਦਾ ਪੜ੍ਹਨਾ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਤਿਗੁਰ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਮੇਰੇ ਗੋਬਿੰਦ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ, ਸਹੀ ਨਗਰ ਉਜਾੜੀ ਜੀਓ। ਮਹਾਰਾਜ ਕਹਿੰਦੇ ਉਹ ਭਾਵੇਂ ਸ਼ਹਿਰ ਜਿੱਡਾ ਮਰਜ਼ੀ ਹੋਵੇ, ਜਿੱਡਾ ਮਰਜ਼ੀ ਵੱਡਾ ਨਗਰ ਹੋਵੇ, ਮਹਾਰਾਜ ਕਹਿੰਦੇ ਉਜਾੜ ਹੈ, ਮਾਨੋ ਉਹ ਉਜਾੜ ਦੀ ਨਿਆਈ ਆ। ਭਾਵੇਂ ਜਿੱਡਾ ਮਰਜ਼ੀ ਵੱਡਾ ਸ਼ਹਿਰ ਵਸਿਆ ਹੋਵੇ, ਤੇ ਭਾਵੇਂ ਇੱਕ ਪਾਸੇ ਕਿਸੇ ਛੋਟੀ ਜਿਹੀ ਝੌਂਪੜੀ ਕਿਸੇ ਨੇ ਪਾਈ ਆ, ਤੇ ਉਸ ਝੌਂਪੜੀ ਨੂੰ ਮਹਾਰਾਜ ਕਹਿੰਦੇ ਸੋਇਨੇ ਦੇ ਬਰਾਬਰ, ਸੋਇਨੇ ਦਾ ਚੁਬਾਰਾ ਮੈਂ ਗਿਣਦਾ ਜਿੱਥੇ ਨਾਮ ਜਪਿਆ ਜਾਂਦਾ। ਤੇ ਜਿੱਥੇ ਵੱਡੇ ਵੱਡੇ ਘਰ ਹੋਣ, ਵੱਡਾ ਵੱਡਾ ਸ਼ਹਿਰ ਵੀ ਹੋਵੇ, ਤੇ ਉੱਥੇ ਕੋਈ ਨਾਮ ਨਾ ਜਪਦਾ ਹੋਏ, ਮਹਾਰਾਜ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਉਜਾੜ ਹੈ, ਪਰਮੇਸ਼ਰ ਦੀ ਨਿਗਾਹ ਦੇ ਵਿੱਚ ਉਜਾੜ ਹੈ, ਜਿਸ ਜਗ੍ਹਾ ਦੇ ਉੱਤੇ ਨਾਮ ਨਹੀਂ ਜਪਿਆ ਜਾਂਦਾ। ਇਸੇ ਪ੍ਰਕਾਰ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਜਿਹੜਾ ਮਨੁੱਖ ਨਾਮ ਜਪਦਾ ਹੈ, ਜਿਹੜਾ ਮਨੁੱਖ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਜਪਦਾ ਹੈ, ਮੁਖ ਤੋਂ ਜ਼ੁਬਾਨ ਤੋਂ ਗਾਉਂਦਾ ਹੈ, ਸੇ ਅਸਥਿਲ ਸੋਇਨ ਚੁਬਾਰੇ, ਉਹਦਾ ਸਰੀਰ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ, ਭਾਵੇਂ ਉਹਨੇ ਸੋਹਣੇ ਕੱਪੜੇ ਪਾਏ ਹੋਣ, ਭਾਵੇਂ ਉਹਨੇ ਨਾ ਪਾਏ ਹੋਣ, ਕੱਪੜੇ ਪਾਟੇ ਕਿਉਂ ਨਾ ਪਾਏ ਹੋਣ, ਗਰੀਬ ਵੀ ਕਿਉਂ ਨਾ ਹੋਵੇ, ਸਤਿਗੁਰ ਕਹਿੰਦੇ ਉਹਦਾ ਸਰੀਰ ਤਾਂ ਵੀ ਸੋਨੇ ਦੇ ਚੁਬਾਰੇ ਵਰਗਾ ਹੈ। ਉਹਦੇ ਸਰੀਰ ਨੂੰ ਇੰਝ ਸਮਝੋ ਜਿਵੇਂ ਉਹਨੇ ਰੇਸ਼ਮੀ ਪਹਿਰਾਵਾ ਪਹਿਨਿਆ ਹੋਵੇ, ਜਿਹੜਾ ਨਾਮ ਜਪਦਾ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਤੇ ਜਿਹੜਾ ਭਾਈ ਨਾਮ ਹੀ ਨਾ ਜਪੇ, ਜਿਹੜਾ ਪਰਮੇਸ਼ਰ ਨੂੰ ਯਾਦ ਹੀ ਨਾ ਕਰੇ, ਜਿਹੜਾ ਸਰੀਰ ਪਰਮੇਸ਼ਰ ਨੂੰ ਯਾਦ ਨਾ ਕਰੇ, ਭਾਵੇਂ ਉਹਨੇ ਸੋਹਣੇ ਕੱਪੜੇ ਵੀ ਕਿਉਂ ਨਾ ਪਾਏ ਹੋਣ, ਭਾਵੇਂ ਉਹ ਕਿੰਨੇ ਵੀ ਰੇਸ਼ਮੀ ਬਸਤਰ ਪਹਿਨ ਕੇ ਕਿਉਂ ਨਾ ਬੈਠਾ ਹੋਵੇ, ਮਹਾਰਾਜ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਉਜਾੜ ਹੈ। ਉਹਦਾ ਸਰੀਰ ਇਸ ਤਰ੍ਹਾਂ ਜਾਣੋ ਜਿਵੇਂ ਉਹਦੇ ਸਰੀਰ ਦੇ ਵਿੱਚ ਕੁਛ ਹੈ ਹੀ ਨਹੀਂ, ਉਜੜਿਆ ਹੋਇਆ ਹੈ ਉਹ ਸਰੀਰ, ਉਹ ਨਗਰ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇਖੋ ਕਿੰਨਾ ਸਮਝਾ ਰਹੇ। ਮਹਾਰਾਜ ਕਹਿੰਦੇ ਆ ਹਰ ਰੁੱਖੀ ਰੋਟੀ ਖਾਏ ਸੰਭਾਲੇ, ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪਾਈ ਰੁੱਖੀ ਮਿੱਸੀ ਰੋਟੀ ਖਾ ਕੇ ਪਰਮੇਸ਼ਰ ਦਾ ਨਾਮ ਹਿਰਦੇ 'ਚ ਸੰਭਾਲਦਾ ਹੈ, ਹਰ ਅੰਤਰ ਬਾਹਰ ਨਦਰ ਨਿਹਾਲੇ, ਉਹਨੂੰ ਸਦਾ ਹੀ ਅੰਦਰ, ਆਪਣੇ ਅੰਦਰ ਬਾਹਰ ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਨਦਰ ਨਿਹਾਲੇ, ਉਹਨੂੰ ਨਦਰ, ਉਹਦੀ ਮਿਹਰ ਦੀ ਨਜ਼ਰ ਹੀ ਦਿਖਦੀ ਆ, ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਨੂੰ ਨਿਹਾਲਦਾ ਹੈ, ਵੇਖਦਾ ਹੈ। ਤੇ ਸਤਿਗੁਰ ਕਹਿੰਦੇ ਜਿਹੜਾ ਮਨੁੱਖ ਖਾਏ ਖਾਏ ਕਰੇ ਬਦ ਫੈਲੀ, ਬਦ ਫੈਲੀ ਹੁੰਦਾ ਹੈ ਭੈੜੇ ਕਰਮ ਕਰਨੇ, ਵਿਕਾਰੀ ਕਰਮ ਕਰਨੇ, ਸਦਾ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸੇ ਰਹਿਣਾ। ਤੇ ਸਤਿਗੁਰ ਕਹਿੰਦੇ ਭਾਵੇਂ ਕੋਈ 36 ਪ੍ਰਕਾਰ ਦੇ ਭੋਜਨ ਖਾਈ ਜਾਵੇ ਤੇ ਬਦ ਫੈਲੀਆਂ ਕਰੀ ਜਾਵੇ, ਸਤਿਗੁਰ ਕਹਿੰਦੇ ਜਾਣ ਵਿਸੂ ਕੀ ਵਾੜੀ ਜੀਓ। ਵਿਸੂ ਦਾ ਅਰਥ ਹੁੰਦਾ ਜ਼ਹਿਰ, ਜ਼ਹਿਰ ਦੀ ਵਾੜੀ, ਵਾੜੀ ਦਾ ਅਰਥ ਬਗੀਚੀ। ਸਤਿਗੁਰ ਕਹਿੰਦੇ ਐਵੇਂ ਜਾਣੋ ਉਹਦਾ ਜੀਵਨ ਜਿਵੇਂ ਜ਼ਹਿਰ ਦੀ ਵਾੜੀ ਹੋਵੇ, ਜ਼ਹਿਰ ਦੀ ਬਗੀਚਾ ਬੀਜਿਆ ਹੋਵੇ, ਜ਼ਹਿਰ ਦੇ ਫੁੱਲਾਂ ਦਾ ਬਗੀਚਾ ਬੀਜਿਆ ਹੋਵੇ। ਸਤਿਗੁਰ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ। ਖਾਂਦੇ ਆ ਨਾ ਪਦਾਰਥ, ਖਾਂਦੇ ਆ ਆਪਾਂ, ਕਿੰਨੇ ਪਦਾਰਥ ਖਾਂਦੇ ਆ, 36 ਪ੍ਰਕਾਰ ਦੇ ਭੋਜਨ ਖਾ ਲੈਂਦੇ, ਕਦੇ ਵਾਹਿਗੁਰੂ ਨੂੰ ਯਾਦ ਹੀ ਨਹੀਂ ਕੀਤਾ, ਉਸ ਅਕਾਲ ਪੁਰਖ ਨੂੰ ਕਦੇ ਚੇਤੇ ਨਹੀਂ ਲਿਆਂਦਾ। ਤੇ ਸਤਿਗੁਰ ਕਹਿੰਦੇ ਧੰਨ ਹਨ ਉਹ ਜਿਹੜੇ ਰੁੱਖੀ ਰੋਟੀ ਖਾਏ ਸੰਭਾਲੇ, ਰੁੱਖੀਆਂ ਰੋਟੀਆਂ ਖਾ ਕੇ ਵੀ ਯਾਦ ਕਰਦੇ ਪਰਮੇਸ਼ਰ ਤੈਨੂੰ, ਅੰਦਰ ਬਾਹਰ ਹਰ ਜਗ੍ਹਾ ਦੇ ਉੱਤੇ ਤੈਨੂੰ ਹੀ ਦੇਖਦੇ ਆ ਜਿਹੜੇ। ਤੇ ਮਹਾਰਾਜ ਕਹਿੰਦੇ ਉਹ ਮਨੁੱਖ ਜ਼ਹਿਰ ਬੀਜ ਰਹੇ ਆਪਣੇ ਜੀਵਨ ਦੇ ਅੰਦਰ, ਜ਼ਹਿਰ ਦੀਆਂ ਬਗੀਚੀਆਂ ਬੀਜ ਰਹੇ ਆ। ਕਿਹੜੇ ਮਹਾਰਾਜ? ਸਤਿਗੁਰ ਕਹਿੰਦੇ ਜਿਹੜੇ ਖਾ ਖਾ ਕੇ ਬਦ ਫੈਲੀਆਂ ਕਰਦੇ ਆ, ਜਿਹੜੇ ਪਦਾਰਥਾਂ ਦੇ ਭੋਗ ਭੋਗਦੇ ਹੋਏ ਵਿਕਾਰਾਂ ਦੇ ਵਿੱਚ ਲੱਗੇ ਆ, ਚੰਗੇ ਬਿਸਤਰਿਆਂ ਤੇ ਸੌਂਦੇ ਆ, ਚੰਗਾ ਖਾਂਦੇ ਆ ਪੀਂਦੇ ਆ, ਪਰ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦੇ। ਸਤਿਗੁਰ ਕਹਿੰਦੇ ਇੰਝ ਸਮਝੋ ਜਿਵੇਂ ਉਹ ਜ਼ਹਿਰ ਦੀ ਵਾੜੀ ਦੇ ਵਿੱਚ ਫਿਰਦੇ ਹੋਣ,
ਜਿਵੇਂ ਉਹਨਾਂ ਨੇ ਜ਼ਹਿਰ ਹੀ ਆਪਣੇ ਜੀਵਨ 'ਚ ਬੀਜ ਲਿਆ ਹੋਵੇ। ਸੰਤਾ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ। ਦੁਲੱਭ ਦੇ ਹੋਈ ਅਗਿਆਨੀ, ਜੜ ਆਪਣੀ ਆਪ ਉਪਾੜੇ ਜੀਓ। ਸਤਿਗੁਰ ਕਹਿੰਦੇ ਐਸੇ ਮਨੁੱਖ ਜਿਹੜੇ ਸੰਤਾਂ ਦੇ ਨਾਲ ਪ੍ਰੇਮ ਹੀ ਨਹੀਂ ਕਰਦੇ, ਭਾਵ ਗੁਰਮੁਖ ਜਨਾਂ ਦੇ ਨਾਲ ਬਹਿੰਦੇ ਨਹੀਂ ਹੈ, ਰੰਗ ਨਾ ਲਾਏ, ਉਹਨਾਂ ਦੇ ਨਾਲ ਬਹਿੰਦੇ ਨਹੀਂ, ਚੰਗੇ ਨਹੀਂ ਲੱਗਦੇ ਜਪਣ ਵਾਲੇ, ਜਪਜੀ ਸਾਹਿਬ ਪੜ੍ਹਨ ਵਾਲੇ ਚੰਗੇ ਨਹੀਂ ਲੱਗਦੇ, ਸੁਖਮਨੀ ਸਾਹਿਬ ਕਰਨ ਵਾਲੇ ਚੰਗੇ ਨਹੀਂ ਲੱਗਦੇ, ਬਾਣੀ ਪੜ੍ਹਨ ਵਾਲੇ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਕਹਿ ਦਿੰਦੇ ਪਖੰਡ ਕਰਦੇ ਆ, ਉਹਨਾਂ ਦੀ ਗੱਲ ਮਾਰੇ ਕਰਦੇ। ਸਾਖਤ ਸੰਗ ਵਿਕਰਮ ਕਮਾਏ। ਤੇ ਜੇ ਕੋਈ ਆਪਣੇ ਵਰਗਾ ਮਿਲ ਜਾਵੇ, ਸਾਖਤ ਦਾ ਅਰਥ ਹੁੰਦਾ ਜਿਹੜਾ ਪਰਮੇਸ਼ਰ ਨਾਲ ਟੁੱਟਿਆ ਹੋਵੇ, ਜਿਹੜਾ ਮਾਇਆ ਦੇ ਵਿੱਚ ਲੱਗਾ ਹੋਵੇ। ਸਤਿਗੁਰ ਕਹਿੰਦੇ ਜੇ ਕੋਈ ਉਹੋ ਜਿਹਾ ਮਿਲ ਜੇ, ਉਹਦੇ ਨਾਲ ਵਿਕਰਮ ਕਮਾਉਂਦੇ ਆ। ਇੱਕ ਕਰਮ, ਇੱਥੇ ਵਿਕਰਮ ਸ਼ਬਦ ਆਇਆ, ਵਿਕਰਮ ਭਾਵ ਮਾੜੇ ਕਰਮ। ਜਿਹੜੇ ਵਿਕਰਮ ਕਰਦੇ ਆ, ਕੁਕਰਮ ਕਰਦੇ ਆ, ਸਾਖਤਾਂ ਦੇ ਨਾਲ ਮਿਲ ਕੇ, ਜਿਹੜੇ ਨਹੀਂ ਜਪਦੇ ਉਹਨਾਂ ਦੇ ਨਾਲ ਮਿਲ ਕੇ, ਤੇ ਸੰਤ ਜਨਾਂ ਦੇ ਕੋਲ ਨਹੀਂ ਬਹਿੰਦੇ, ਨਾਮ ਜਪਣ ਵਾਲਿਆਂ ਦੇ ਕੋਲ ਨਹੀਂ ਆਉਂਦੇ, ਕਦੀ ਸਤ ਸੰਗਤ ਦੇ ਵਿੱਚ ਵੜੇ ਹੀ ਨਹੀਂ ਜਿਹੜੇ। ਤੇ ਸਤਿਗੁਰੂ ਕਹਿੰਦੇ ਦੁਲੱਭ ਦੇ ਖੋਈ ਅਗਿਆਨੀ। ਉਹਨਾਂ ਅਗਿਆਨੀਆਂ ਨੇ ਆਪਣੀ ਇਹ ਜਿਹੜੀ ਦੁਰਲੱਭ ਦੇਹੀ ਆ ਨਾ, ਜਿਹੜੀ ਕਿਤੇ ਸਾਨੂੰ 84 ਲੱਖ ਭੋਗ ਕੇ ਮਿਲੀ ਆ, ਤੇ ਸਤਿਗੁਰੂ ਕਹਿੰਦੇ ਇਹ ਦੁਰਲੱਭ ਦੇਹੀ, ਦੁਲੱਭ ਸ਼ਬਦ ਹੈ, ਅਰਥ ਕਰ ਲੱਗਿਆ ਦੁਰਲੱਭ ਕਵਾਂਗੇ ਆਪਾਂ। ਦੁਲੱਭ ਦੇ ਖੋਈ ਅਗਿਆਨੀ, ਉਹਨਾਂ ਨੇ ਇਹ ਦੁਰਲੱਭ ਦੇਹ ਜਿਹੜੀ ਹੈ ਨਾ, ਸਰੀਰ ਖੋਹ ਲਿਆ ਭਾਵ ਜਮ ਉਹਨਾਂ ਦਾ ਸਰੀਰ ਖੋਹ ਕੇ ਲੈ ਜਾਣਗੇ, ਖਤਮ ਹੋ ਜਾਏਗਾ ਉਹਨਾਂ ਅਗਿਆਨੀਆਂ ਦਾ। ਜੜ ਆਪਣੀ ਆਪ ਉਪਾੜੀ ਜੀਓ। ਸਤਿਗੁਰੂ ਕਹਿੰਦੇ ਉਹਨਾਂ ਨੇ ਆਪਣੀਆਂ ਜੜ੍ਹਾਂ ਆਪ ਹੀ ਵੱਢ ਲਈਆਂ, ਆਪਣੇ ਹੱਥੀਂ ਕੁਹਾੜੀ ਫੜ ਕੇ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਹੇ ਆ। ਜਿਹੜੇ ਵਿਕਾਰ ਕਮਾਉਂਦੇ ਆ, ਜਪਦੇ ਨਹੀਂ ਪਰਮੇਸ਼ਰ ਨੂੰ, ਇੰਨੀ ਸੁੰਦਰ ਦੇਹੀ ਮਿਲਣ ਤੇ ਵੀ ਵਿਕਾਰ ਹੀ ਕਮਾਉਂਦੇ ਰਹਿੰਦੇ ਆ, ਦਿਨ ਰਾਤ ਵਿਕਾਰਾਂ 'ਚ ਲੱਗੇ ਪਏ ਆ। ਸਤਿਗੁਰੂ ਕਹਿੰਦੇ ਆਪਣੀ ਜੜ ਆਪ ਹੀ ਵੱਢੀ ਜਾ ਰਹੇ। ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਅਸਾੜੀ ਜੀਓ। ਅਖੀਰ ਤੇ ਮਹਾਰਾਜ ਨੇ ਬੇਨਤੀ ਕੀਤੀ ਹੈ ਕਿ ਤੇਰੀ ਸ਼ਰਨ ਮੇਰੇ ਦੀਨ ਦਿਆਲਾ। ਹੇ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ। ਇਹ ਤੂੰ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ, ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ। ਕਿਰਪਾ ਕਰੋ ਸੁਖ ਸਾਗਰ ਮੇਰੇ ਗੁਰ ਗੋਪਾਲਾ। ਹੇ ਸੁੱਖਾਂ ਦੇ ਸਾਗਰ, ਹੇ ਮੇਰੇ ਗੁਰੂ, ਹੇ ਗੋਪਾਲ, ਧਰਤੀ ਨੂੰ ਪਾਲਣਹਾਰ ਵਾਹਿਗੁਰੂ ਜੀ, ਸਾਡੇ ਉੱਤੇ ਕਿਰਪਾ ਕਰੋ। ਅਸੀਂ ਤੁਹਾਡੀ ਸ਼ਰਨ ਦੇ ਵਿੱਚ ਹਾਂ। ਕਰ ਕਿਰਪਾ ਨਾਨਕ ਗੁਣ ਗਾਵੇ। ਸਾਡੇ ਉੱਤੇ ਮਿਹਰ ਦੀ ਨਿਗਾਹ ਕਰੋ, ਸਾਡੇ ਉੱਤੇ ਕਿਰਪਾ ਕਰੋ ਕਿ ਅਸੀਂ ਗੁਣ ਗਾਈਏ ਤੁਹਾਡੇ। ਰਾਖੋ ਸਰਮ ਅਸਾੜੀ ਜੀਓ। ਕਿਰਪਾ ਕਰਕੇ ਸਾਡੀ ਸ਼ਰਮ ਦਾ ਭਾਵ ਇੱਜ਼ਤ, ਮਿਹਰ ਕਰਕੇ, ਕਿਰਪਾ ਕਰਕੇ ਸਾਡੀ ਇੱਜ਼ਤ ਰੱਖ ਲਿਓ। ਅਸਾੜੀ ਭਾਵ ਸਾਡੀ ਕਿਰਪਾ ਕਰਕੇ ਮਹਾਰਾਜ ਆਪ ਜੀ ਰੱਖਿਆ ਕਰੋ ਸਾਡੀ। ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ ਤੇ ਕਿਰਪਾ ਕਰਕੇ ਸਾਡੀ ਰੱਖਿਆ ਕਰਨੀ ਕਰੋ ਵਿਕਾਰਾਂ ਵੱਲੋਂ, ਤੇ ਅਸੀਂ ਵੀ ਤੁਹਾਡਾ ਨਾਮ ਜਪ ਸਕੀਏ। ਜੋ ਜਪਣ ਵਾਲੇ ਹਨ ਉਹਨਾਂ ਦੀ ਸੰਗਤ ਤੁਸੀਂ ਸਾਨੂੰ ਵੀ ਬਖਸ਼ਿਸ਼ ਕਰ ਦਿਓ। ਮਾਝ ਮਹੱਲਾ ਪੰਜਵਾਂ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਭਿਆਣੇ। ਸਾਤ ਸੂਖ ਸਹਿਜ ਤੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਚਰਨ ਠਾਕੁਰ ਕੇ ਹਿਰਦੈ ਸਮਾਣੇ। ਹਿਰਦੈ ਦੱਦੇ ਨੂੰ ਦਲਾਵਾਂ ਪੜ੍ਹਨੀਆਂ। ਜਿਸ ਦੇ ਹਿਰਦੇ ਦੇ ਵਿੱਚ ਉਸ ਮਾਲਕ ਦੇ, ਉਸ ਵਾਹਿਗੁਰੂ ਦੇ ਚਰਨ ਟਿਕ ਗਏ, ਭਾਵ ਜਿਹੜਾ ਜਪਣ ਲੱਗ ਗਿਆ ਉਸ ਅਕਾਲ ਪੁਰਖ ਨੂੰ। ਹਿਰਦੈ ਸਮਾਣੇ, ਸਮਾ ਗਿਆ ਜਿਹਦੇ ਹਿਰਦੇ 'ਚ ਚਰਨ। ਕਲ ਕਲੇਸ਼ ਤਾਂ ਸਭ ਦੂਰ ਭਿਆਣੇ। ਸਾਰੇ ਤਰ੍ਹਾਂ ਦੇ ਕਲ, ਝਗੜੇ, ਕਲੇਸ਼, ਦੁੱਖ ਦੂਰ ਭਿਆਣੇ, ਦੂਰ ਚਲੇ ਗਏ, ਭਿਆਨਾ ਕਰ ਗਏ। ਸਾਰੇ ਤਰ੍ਹਾਂ ਦੇ ਉਹਦੇ ਝਗੜੇ ਝੇੜੇ ਨਾਸ਼ ਹੋ ਗਏ, ਖਤਮ ਹੋ ਗਏ, ਅੰਦਰੋਂ ਨਿਕਲ ਗਏ ਝਗੜੇ ਝੇੜੇ ਸਾਰੇ। ਸ਼ਾਂਤ ਸੂਖ ਸਹਿਜ ਧੁਨ ਉਪਜੀ। ਉਹਨਾਂ ਦੇ ਜੀਵਨ ਦੇ ਵਿੱਚ ਹੋਇਆ ਕਿ ਫਿਰ ਸ਼ਾਂਤੀ ਆ ਗਈ, ਸੁੱਖ ਉਹਨਾਂ ਨੂੰ ਮਿਲ ਗਿਆ। ਸ਼ਾਂਤ ਸੂਖ ਸਹਿਜ ਧੁਨ ਉਪਜੀ।
सहज जीवन च आ गया, सहज धुन आत्मिक अडोलता की रौं जाग पई अंदर, सदा ही जुड़ गए परमेश्वर दे नाल। साधु संग निवासा जीओ। ते होया किवें? ਜਦੋਂ ਗੁਰੂ ਦੀ ਸੰਗਤ ਵਿੱਚ ਆਏ ਗਏ, ਗੁਰੂ ਸਾਧੂ ਦੀ ਸੰਗਤ ਦੇ ਵਿੱਚ ਆ ਗਏ। ਸਾਧੂ ਕੌਣ? ਗੁਰੂ। ਸਾਧੂ ਸੰਗ ਨਿਵਾਸਾ ਜੀਓ। ਜਦੋਂ ਸਾਧੂ ਜਨਾਂ ਦੀ ਗੁਰੂ ਦੀ ਸੰਗਤ ਦੇ ਵਿੱਚ ਆ ਗਏ ਤੇ ਫਿਰ ਉਹਨਾਂ ਨੂੰ ਸ਼ਾਂਤ ਸੂਖ ਸਹਿਜ ਧੁਨ ਉਹਨਾਂ ਦੇ ਜੀਵਨ 'ਚ ਉਪਜ ਗਈ। ਲਾਗੀ ਪ੍ਰੀਤ ਨ ਟੂਟੈ ਮੂਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ। ਸਿਮਰ 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 ਗੁਣ ਗਾਵਾ, ਕਾਟੇ ਜਮ ਕੀ ਫਾਸਾ ਜੀਓ। ਲਾਗੀ ਪ੍ਰੀਤ ਨਾ ਟੂਟੈ ਮੂਲੇ। ਉਹਨਾਂ ਦੀ ਪ੍ਰੀਤ ਵਾਹਿਗੁਰੂ ਦੇ ਨਾਲ ਲੱਗ ਗਈ ਤੇ ਐਸੀ ਲੱਗੀ ਕਿ ਬਾਝ ਟੁੱਟੀ ਨਹੀਂ। ਲਾਗੀ ਪ੍ਰੀਤ ਨਾ ਟੂਟੈ ਮੂਲੇ। ਮੂਲੇ ਭਾਵ 1% ਵੀ, ਥੋੜੀ ਜਿੰਨੀ ਵੀ ਉਹਨਾਂ ਦੀ ਫਿਰ ਪ੍ਰੀਤ ਵਾਹਿਗੁਰੂ ਦੇ ਨਾਲ ਘਟੀ ਨਹੀਂ, ਟੁੱਟੀ ਨਹੀਂ। ਜਿਹੜੇ ਲੱਗ ਜਾਂਦੇ ਪ੍ਰੀਤ, ਜਿਨ੍ਹਾਂ ਨੇ ਪਿਆਰ ਪਾਲਿਆ ਪਰਮੇਸ਼ਰ ਨਾਲ, ਹਰ ਅੰਤਰ ਬਾਹਰ ਰਹਿਆ ਭਰਪੂਰੇ। ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ, ਆਪਣੇ ਅੰਦਰ ਵੀ ਬਾਹਰ ਵੀ, ਉਹ ਪਰਿਪੂਰਨ ਪਰਮਾਤਮਾ ਹੀ ਦਿਸਦਾ ਹੈ ਕਿ ਹਰ ਜਗ੍ਹਾ ਤੇ ਭਰੀਪੂਰ ਹੈ, ਹਰ ਜਗ੍ਹਾ ਤੇ ਹੈ ਉਹ। ਉਹਨਾਂ ਨੂੰ ਹਰ ਜਗ੍ਹਾ ਤੇ ਪਰਮੇਸ਼ਰ ਹੀ ਦਿਖਦਾ ਹੈ। ਸਿਮਰ 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 ਗੁਣ ਗਾਵਾਂ। ਵਾਹਿਗੁਰੂ ਜੀ, ਹਰ ਵੇਲੇ, ਸਵੇਰੇ ਸ਼ਾਮ ਦੁਪਹਿਰੇ ਤੈਨੂੰ ਸਿਮਰਾਂ, ਤੇਰੇ ਗੁਣ ਗਾਵਾਂ। ਕਾਟੀ ਜਮ ਕੀ ਫਾਸਾ ਜੀਓ। हे ਵਾਹਿਗੁਰੂ ਜੀ, ਤੁਸੀਂ ਜਮਾਂ ਦੀ ਫਾਂਸੀ ਕੱਟਣ ਵਾਲੇ ਹੋ। ਤੇਰੇ ਗੁਣ ਗਾਵਾਂ ਮੈਂ। ਕਿਉਂ? ਕਿਉਂਕਿ ਤੁਸੀਂ ਜਮਾਂ ਦੀ ਫਾਹੀ ਸਾਡੇ ਗਲ ਚੋਂ ਕੱਟ ਦਿੰਦੇ ਹੋ। ਐਸੇ ਤੁਸੀਂ ਹੋ ਅਕਾਲ ਪੁਰਖ ਜੀ। ਅੰਮ੍ਰਿਤ ਵਰਖੈ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ। ਤ੍ਰਿਪਤ ਅਕਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਅੰਮ੍ਰਿਤ ਵਰਖੈ ਅਨਹਦ ਬਾਣੀ। ਸਤਿਗੁਰ ਕਹਿੰਦੇ ਵਰਖ ਰਹੀ ਹੈ ਅੰਮ੍ਰਿਤ ਰੂਪੀ ਬਾਣੀ, ਅਨਹਤ ਬਾਣੀ ਵਾਹਿਗੁਰੂ ਦੀ। ਉਹਨਾਂ ਦੇ ਅੰਦਰ ਸਿਵਤ ਸਲਾਹ ਦੀ ਬਾਣੀ, ਉਹ ਬਰਕਤ ਦੀ ਬਾਣੀ, ਉਸ ਵਾਹਿਗੁਰੂ ਦੀ ਬਾਣੀ ਅਨਹਦ ਲਗਾਤਾਰ ਇੱਕਦਮ ਵਰਖਾ ਹੁੰਦੀ ਰਹਿੰਦੀ। ਜਿਹੜੇ ਜਪਦੇ ਆ, ਜਿਨ੍ਹਾਂ ਦੇ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦੇ ਚਰਨ ਵਸ ਜਾਂਦੇ ਆ। ਸਤਿਗੁਰ ਕਹਿੰਦੇ ਅਨਹਦ ਬਾਣੀ, ਉਹਨਾਂ ਦੇ ਅੰਦਰ ਵਰਖਾ ਹੁੰਦੀ ਰਹਿੰਦੀ ਅੰਮ੍ਰਿਤ ਬਾਣੀ ਦੀ। ਮਨ ਤਨ ਅੰਤਰ ਸ਼ਾਂਤ ਸਮਾਣੀ। ਉਹਨਾਂ ਦਾ ਮਨ ਤਨ ਸਾਰਾ ਕੁਝ ਸ਼ਾਂਤ ਹੋ ਜਾਂਦਾ ਹੈ। ਮਨ ਵੀ ਤਨ ਵੀ, ਗਿਆਨ ਇੰਦਰੀਆਂ ਟਿਕ ਜਾਂਦੀਆਂ, ਸ਼ਾਂਤ ਹੋ ਜਾਂਦੀਆਂ, ਮਨ ਟਿਕ ਜਾਂਦਾ ਹੈ ਉਹਨਾਂ ਦਾ, ਜਿਹੜੇ ਜਪਦੇ ਆ। ਤ੍ਰਿਪਤ ਅਕਾਏ ਰਹੇ ਜਨ ਤੇਰੇ। ਸਤਿਗੁਰ ਕਹਿੰਦੇ ਉਹ ਜਿਹੜੇ ਤੇਰੇ ਜਨ ਹਨ ਜਪਣ ਵਾਲੇ, ਉਹ ਤ੍ਰਿਪਤ ਹੋ ਜਾਂਦੇ ਮਾਇਆ ਵੱਲੋਂ, ਅਕਾਏ ਰੱਜ ਜਾਂਦੇ ਮਾਇਆ ਵੱਲੋਂ। ਉਹਨਾਂ ਦਾ ਜੀਵਨ ਤ੍ਰਿਪਤ ਹੋ ਜਾਂਦਾ ਹੈ, ਮਾਇਆ ਵੱਲ ਨਹੀਂ ਭੱਜਦੇ, ਵਿਕਾਰਾਂ ਵੱਲ ਨਹੀਂ ਭੱਜਦੇ। ਸਤਿਗੁਰ ਕੀਆ ਦਿਲਾਸਾ ਜੀਓ। ਤੇ ਉਹਨਾਂ ਨੂੰ ਸਤਿਗੁਰੂ ਨੇ ਵੱਡਾ ਹੌਸਲਾ ਦਿੱਤਾ ਹੁੰਦਾ ਹੈ, ਬਹੁਤ ਦਿਲਾਸਾ ਦਿੱਤਾ ਹੁੰਦਾ। ਸਤਿਗੁਰ ਕੀਆ ਦਿਲਾਸਾ ਜੀਓ। ਸਤਿਗੁਰੂ ਨੇ ਉਹਨਾਂ ਨੂੰ ਹੌਸਲਾ ਦਿੱਤਾ, ਕਿਰਪਾ ਕੀਤੀ ਸਤਿਗੁਰੂ ਨੇ। ਉਹ ਰੱਜ ਕੇ ਮਾਇਆ ਵੱਲੋਂ, ਵਿਕਾਰਾਂ ਵੱਲੋਂ, ਉਹ ਫਿਰ ਭੱਜਦੇ ਨਹੀਂ ਮਾਇਆ ਦੀ ਦੌੜ ਦੇ ਪਿੱਛੇ। ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਆਵਣ ਜਾਣ ਰਹੇ ਵੱਡ ਭਾਗੀ, ਨਾਨਕ ਪੂਰਨ ਆਸਾ ਜੀਓ। ਜਿਸ ਕਾ ਸਾ ਤਿਸ ਤੇ ਫਲ ਪਾਇਆ। ਉਸ ਪ੍ਰਭੂ ਨੇ, ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਸੀ। ਉਸ ਮਨੁੱਖ ਨੇ, ਜਿਸ ਕਾ ਸਾ, ਜਿਸ ਵਾਹਿਗੁਰੂ ਨੇ ਉਹਨੂੰ ਧਰਤੀ ਤੇ ਭੇਜਿਆ ਸੀ, ਚਰਨ ਠਾਕੁਰ ਕੇ ਹਿਰਦੇ ਸਮਾਣੇ। ਜਿਨ੍ਹਾਂ ਦੇ ਹਿਰਦੇ 'ਚ ਠਾਕੁਰ ਦੇ ਚਰਨ ਸਮਾਉਂਦੇ ਆ, ਉਹਦੀ ਗੱਲ ਮਹਾਰਾਜ ਇੱਥੇ ਵੀ ਕਰ ਰਹੇ। ਸਾਰਾ ਸ਼ਬਦ ਉਹਨਾਂ ਦਾ ਹੈ, ਜਿਹੜੇ ਜਪਦੇ ਹਨ, ਉਹਨਾਂ ਦੀ ਗੱਲ ਹੋ ਰਹੀ ਹੈ। ਸਤਿਗੁਰੂ ਕਹਿੰਦੇ ਜਿਸ ਕਾ ਸਾ, ਜਿਹਦਾ ਉਹ ਮਨੁੱਖ ਸੀ, ਜਿਹਦੇ ਹਿਰਦੇ 'ਚ ਚਰਨ ਸਮਾਏ ਵਾਹਿਗੁਰੂ ਦੇ, ਜਿਹੜਾ ਉਹ ਪਰਮੇਸ਼ਰ ਨੂੰ ਸਿਮਰਨ ਵਾਲਾ, ਉਹ ਉਹਦਾ ਸੀ। ਤਿਸ ਤੇ ਫਲ ਪਾਇਆ, ਉਹਦੇ ਤੋਂ ਹੀ ਉਹਨੇ ਫਲ ਪ੍ਰਾਪਤ ਕਰ ਲਿਆ। ਕਿਹੜਾ ਫਲ? ਨਾਮ ਦਾ ਫਲ, ਬੰਦਗੀ ਦਾ ਫਲ, ਭਜਨ ਦਾ ਫਲ, ਸਿਮਰਨ ਦਾ ਫਲ, ਉਹਨੂੰ ਜਪਣ ਦਾ ਫਲ, ਉਹਦੀ ਪ੍ਰਾਪਤੀ ਦਾ ਫਲ। ਕਿੱਥੋਂ ਹੋਇਆ? ਜਿਸ ਕਾ ਸਾਥ ਨਹੀਂ ਤਿਸ ਤੇ ਫਲ ਪਾਇਆ। ਜਿਹਦਾ ਮਨੁੱਖ ਸੀ, ਉਹਦੇ ਤੋਂ ਹੀ ਉਹਨੂੰ ਫਲ ਪ੍ਰਾਪਤ ਹੋ ਗਿਆ ਬੰਦਗੀ ਦਾ। ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਪ੍ਰਭੂ ਨੇ ਕਿਰਪਾ ਕੀਤੀ, ਆਪਣੇ ਸੰਗ ਆਪਣੇ ਨਾਲ ਮਿਲਾ ਲਿਆ ਉਹਨੂੰ। ਕਿਹਨੂੰ?
ਚਰਨ ਠਾਕੁਰ ਕੇ ਹਿਰਦੇ ਸਮਾਣੇ, ਜਿਨ੍ਹਾਂ ਦੇ ਹਿਰਦੇ 'ਚ ਠਾਕੁਰ ਦੇ ਚਰਨ ਵਸਦੇ ਉਹਨੂੰ। ਆਵਣ ਜਾਣ ਰਹੇ ਵਡਭਾਗੀ, ਉਹਨਾਂ ਦਾ ਆਉਣਾ ਜਾਣਾ ਰਹਿ ਗਿਆ, ਉਹ ਵੱਡਿਆਂ ਭਾਗਾਂ ਵਾਲੇ ਹੋ ਗਏ। ਨਾ ਉਹ ਆਏ ਨਾ ਗਏ, ਨਾ ਜੰਮੇ ਨਾ ਮਰੇ ਦੁਬਾਰਾ, ਉਹ ਵੱਡਿਆਂ ਭਾਗਾਂ ਵਾਲੇ ਹੋ ਗਏ। ਨਾਨਕ ਪੂਰਨ ਆਸਾ ਜੀਓ। ਸਤਿਗੁਰ ਕਹਿੰਦੇ ਭਾਈ ਉਹਨਾਂ ਦੀ ਆਸਾ ਪੂਰਨ ਹੋ ਗਈ। ਉਹਨਾਂ ਦਾ ਜੀਵਨ ਜਿਹੜਾ ਸੀ, ਜੀਵਨ ਦੀ ਆਸ ਜਿਹੜੀ ਸੀ, ਵਾਰ-ਵਾਰ ਨਾ ਜੰਮਣਾ ਨਾ ਮਰਨਾ, ਉਹਨਾਂ ਦਾ ਖਤਮ ਹੋ ਗਿਆ। ਜੀਵਨ ਦੀ ਸਭ ਤੋਂ ਵੱਡੀ ਆਸ ਉਹਨਾਂ ਦੀ ਪੂਰੀ ਹੋ ਗਈ। ਨਾ ਉਹ ਜੰਮੇ ਨਾ ਮਰੇ, ਸਦਾ ਹੀ ਮੁਕਤ ਹੋ ਗਏ। ਮਾਝ ਮਹੱਲਾ ਪੰਜਵਾ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ। ਮੀਂਹ ਪਿਆ ਪਰਮੇਸ਼ਰ ਪਾਇਆ। ਕਹਿੰਦੇ ਜਿਵੇਂ ਜਦੋਂ ਮੀਂਹ ਪੈਂਦਾ ਹੈ ਤੇ ਉਹ ਪਰਮੇਸ਼ਰ ਹੀ ਪਾਉਂਦਾ ਹੈ। ਜਦੋਂ ਮੀਂਹ ਪਾਉਂਦਾ ਹੈ, ਜਿਵੇਂ ਜਦੋਂ ਮੀਂਹ ਪੈਂਦਾ ਹੈ, ਜਦੋਂ ਪਰਮੇਸ਼ਰ ਨੇ ਮੀਂਹ ਪਾਇਆ, ਸਤਿਗੁਰ ਕਹਿੰਦੇ ਆ ਜੀ ਜੰਤ ਸਭ ਸੁਖੀ ਵਸਾਇਆ। ਸਾਰੇ ਜੀਵ ਜੰਤੂ ਹਰ ਕਿਸੇ ਨੂੰ ਮਿਲਦਾ ਹੈ ਖਾਣ ਵਾਸਤੇ ਜਦੋਂ ਪਰਮੇਸ਼ਰ ਮੀਂਹ ਪਾਉਂਦਾ ਹੈ। ਧਰਤੀ ਉਪਜਦੀ ਹੈ, ਕੀੜੇ ਮਕੌੜੇ ਨਿਕਲਦੇ ਆ, ਜਿਨ੍ਹਾਂ ਦੀ ਖੁਰਾਕ ਕੀੜੇ ਮਕੌੜੇ ਉਹ ਖਾ ਕੇ ਰਾਜੀ ਹੁੰਦੇ ਆ, ਤੇ ਜਿਨ੍ਹਾਂ ਦੀ ਖੁਰਾਕ ਬਨਸਪਤੀ ਹੈ ਉਹ ਖਾ ਕੇ ਰਾਜੀ ਹੁੰਦੇ ਆ। ਜੀ ਜੰਤ ਸਭ ਸੁਖੀ ਵਸਾਇਆ, ਸਾਰੇ ਸੁਖੀ ਵਸਦੇ ਆ ਜਦੋਂ ਮੀਂਹ ਪੈਂਦਾ ਹੈ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ। ਕਹਿੰਦੇ ਤਿਵੇਂ ਜਿਉਂ-ਜਿਉਂ ਮੈਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਲਿਆ, ਜਿਵੇਂ ਮੀਂਹ ਪਿਆ, ਉਸੇ ਪ੍ਰਕਾਰ ਜਦੋਂ ਪਰਮੇਸ਼ਰ ਦੇ ਨਾਮ ਰੂਪੀ ਮੀਂਹ ਮੇਰੇ ਅੰਦਰ ਪਿਆ ਤੇ ਮੇਰੇ ਅੰਦਰਲੇ ਜਿਹੜੇ ਵਿਕਾਰ ਸਨ ਉਹ ਸ਼ਾਂਤ ਹੋ ਗਏ। ਹੋਇਆ ਕਿ ਜੀ ਜੰਤ ਸਭ ਸੁਖੀ ਵਸਾਇਆ। ਮੇਰੇ ਇਹ ਜਿਹੜੇ ਪੰਜ ਗਿਆਨ ਇੰਦਰੀਆਂ ਰੂਪੀ ਜਿਹੜੇ ਸਨ, ਮੇਰੇ ਜੀਵ ਜੰਤੂ, ਮੇਰੇ ਅੰਦਰਲਾ ਜੋ ਅੰਤਿਸ਼ਕਰਨ ਸੀ, ਸਤਿਗੁਰ ਕਹਿੰਦੇ ਉਹ ਸੁਖੀ ਵਸ ਗਿਆ। ਹੁਣ ਮੇਰੀਆਂ ਜਿਹੜੀਆਂ ਸਨ ਪੰਜ ਇੰਦਰੀਆਂ, ਉਹ ਵਿਕਾਰਾਂ ਵੱਲ ਭੱਜਦੀਆਂ ਸਨ, ਉਹ ਵੀ ਰੁਕ ਗਈਆਂ, ਸੁਖੀ ਹੋ ਗਈਆਂ। ਗਿਆ ਕਲੇਸ਼, ਮੇਰੇ ਮਨ ਵਿੱਚ ਬੜਾ ਵੱਡਾ ਕਲੇਸ਼ ਸੀ, ਰਾਗ ਦੋਖ ਈਰਖਾ ਦਾ, ਤ੍ਰਿਸ਼ਨਾ ਦਾ, ਇਹ ਸਾਰੇ ਕਲੇਸ਼ ਜਿਹੜੇ ਖਤਮ ਹੋ ਗਏ। ਗਿਆ ਕਲੇਸ਼ ਭਇਆ ਸੁਖ ਸਾਚਾ, ਫਿਰ ਮੇਰੇ ਮਨ ਨੂੰ ਸੁੱਖ ਆ ਗਿਆ। ਹਰ ਹਰ ਨਾਮ ਸੰਭਾਲੀ ਜੀਓ। ਕਿਵੇਂ? ਜਦੋਂ ਮੈਂ ਹਰੀ ਦੇ ਨਾਮ ਨੂੰ ਸੰਭਾਲਿਆ, ਯਾਦ ਕੀਤਾ, ਜਦੋਂ ਉਹਦੇ ਨਾਮ ਦੀ ਸੰਭਾਲ ਕੀਤੀ। ਜਿਵੇਂ ਮੀਂਹ ਪੈਣ ਦੇ ਨਾਲ ਜੀਵ ਜੰਤੂ ਸੁਖੀ ਵਸਦੇ ਆ, ਤੇ ਸਤਿਗੁਰੂ ਕਹਿੰਦੇ ਉਸੇ ਤਰ੍ਹਾਂ ਨਾਮ ਨੂੰ ਜਪਣ ਦੇ ਨਾਲ ਮੇਰਾ ਅੰਦਰ ਸੁਖੀ ਹੋ ਗਿਆ ਭਾਈ। ਜਦੋਂ ਮੈਂ ਨਾਮ ਨੂੰ ਜਪਿਆ, ਜਦੋਂ ਨਾਮ ਦੀ ਵਰਖਾ ਮੇਰੇ ਅੰਦਰ ਹੋਈ ਤੇ ਮੇਰਾ ਅੰਦਰ ਸ਼ਾਂਤ ਹੋ ਗਿਆ, ਸੁਖੀ ਹੋ ਗਿਆ। ਜਿਸ ਕੇ ਸੇ ਤਿਨ ਹੀ ਪ੍ਰਤ ਪਾਰੇ, ਪਾਰ ਬ੍ਰਹਮ ਪ੍ਰਭ ਭਏ ਰਖਵਾਰੇ। ਸੁਣੀ ਬੇਨੰਤੀ ਠਾਕੁਰ ਮੇਰਾ, ਪੂਰਨ ਹੋਈ ਘਾਲੇ ਜੀਓ। ਜਿਸਕੇ ਸੇ ਤਿਨ ਹੀ ਪ੍ਰਤ ਪਾਰੇ, ਜਿਸ ਵਾਹਿਗੁਰੂ ਨੇ ਬਣਾਇਆ ਹੈ ਉਹੀ ਸਾਨੂੰ ਪ੍ਰਤਪਾਲਦਾ ਹੈ। ਤੇ ਜਿਵੇਂ ਸਤਿਗੁਰ ਕਹਿੰਦੇ ਮੀਂਹ ਪਾ ਕੇ ਪ੍ਰਭੂ ਆਪਣੇ ਜੀਆਂ ਜਨਤਾ ਨੂੰ ਪਾਲਦਾ ਹੈ ਨਾ, ਜਿਸਕੇ ਸੇ ਤਿਨ ਹੀ ਪ੍ਰਤ ਪਾਰੇ, ਕਿਉਂਕਿ ਉਹਨੇ ਪੈਦਾ ਕੀਤੇ, ਇਸ ਕਰਕੇ ਉਹਦਾ ਫਰਜ਼ ਬਣਦਾ, ਤਾਂ ਕਰਕੇ ਉਹ ਮੀਂਹ ਪਾ ਕੇ ਸਾਰਿਆਂ ਨੂੰ ਪ੍ਰਤਪਾਲਣਾ ਕਰਦਾ। ਪ੍ਰਭ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ, ਤੇ ਪ੍ਰਭੂ ਸਭਨਾਂ ਦਾ ਰਾਖਾ ਬਣਦਾ ਹੈ, ਸਾਰਿਆਂ ਨੂੰ ਪਾਲਦਾ ਵੀ ਹੈ, ਸਾਰਿਆਂ ਦੀ ਰੱਖਿਆ ਵੀ ਕਰਦਾ ਹੈ। ਸੁਣੀ ਬੇਨੰਤੀ ਠਾਕੁਰ ਮੇਰੇ, ਤੇ ਉਵੇਂ ਉਵੇਂ ਹੀ ਸਤਿਗੁਰੂ ਕਹਿੰਦੇ ਆ, ਉਹਨੇ ਠਾਕੁਰ ਨੇ ਮੇਰੀ ਬੇਨਤੀ ਵੀ ਸੁਣੀ, ਉਸ ਵਾਹਿਗੁਰੂ ਨੇ। ਪੂਰਨ ਹੋਈ ਘਾਲੀ ਜੀਓ, ਤੇ ਮੇਰੀ ਸੇਵਾ, ਮੇਰੀ ਘਾਲ, ਜਿਹੜੀ ਮੇਰੀ ਬੰਦਗੀ ਆ, ਉਹ ਮੇਰੀ ਘਾਲ ਪੂਰਨ ਹੋ ਗਈ, ਸੰਪੂਰਨ ਹੋ ਗਈ। ਨਾਮ ਜਪਣ ਦੀ ਘਾਲ ਜਿਵੇਂ ਜੀ ਜਨਤਾ ਨੂੰ ਪ੍ਰਤਪਾਲਦਾ ਹੈ, ਉਸੇ ਤਰ੍ਹਾਂ ਉਹਨੇ ਮੇਰੀ ਵੀ ਪ੍ਰਤਪਾਲਣਾ ਕੀਤੀ, ਮੇਰੀ ਵੀ ਰੱਖਿਆ ਕੀਤੀ। ਕਦੋਂ ਕੀਤੀ? ਜਦੋਂ ਮੈਂ ਉਹਦਾ ਨਾਮ ਜਪਿਆ। ਸੁਣੀ ਬੇਨੰਤੀ, ਜਦੋਂ ਮੈਂ ਉਹਦੇ ਅੱਗੇ ਬੇਨਤੀ ਕੀਤੀ, ਠਾਕੁਰ ਮੇਰਾ, ਉਹਨੇ ਫਿਰ ਮੇਰੀ ਬੇਨਤੀ ਸੁਣੀ ਉਸ ਠਾਕੁਰ ਵਾਹਿਗੁਰੂ ਨੇ, ਤੇ ਫਿਰ ਮੇਰੀ ਮਿਹਨਤ ਨੂੰ ਫਲ ਲਾਇਆ। ਜਦੋਂ ਮੈਂ ਜਪਦਾ ਸਾਂ ਵਾਹਿਗੁਰੂ ਕਿਰਪਾ ਕਰ, ਉਹਨੇ ਫਿਰ ਕਿਰਪਾ ਐਸੀ ਕੀਤੀ ਕਿ ਮੇਰੀ ਘਾਲ ਪੂਰਨ ਹੋ ਗਈ। ਫਿਰ ਉਹਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਸਰਬ ਜੀਆਂ ਕੋ ਦੇਵਨਹਾਰਾ, ਗੁਰ ਪ੍ਰਸਾਦੀ ਨਦਰ ਨਿਹਾਰਾ। ਜਲ ਥਲ ਮਹੀਲ ਸਭ ਤ੍ਰਿਪਤਾਣੇ,
साधु चरण पखाली जियो, सर्ब जियां को देवन हारा। ਉਹ ਸਾਰਿਆਂ ਜੀਵਾਂ ਨੂੰ ਜਿਹੜਾ ਵਾਹਿਗੁਰੂ ਹੈ ਦਾਤਾਂ ਦੇਣ ਦੇ ਸਮਰੱਥ ਹੈ, ਸਾਰਿਆਂ ਨੂੰ ਦਿੰਦਾ ਹੈ। ਉਹ ਸਰਬ ਜੀਆਂ ਕੋ ਦੇਵਨਹਾਰ ਹੈ, ਉਹ ਸਮਰੱਥਾ ਰੱਖਦਾ ਹੈ, ਸਾਰਿਆਂ ਨੂੰ ਦਿੰਦਾ ਹੈ। ਗੁਰ ਪ੍ਰਸਾਦੀ ਨਦਰ ਨਿਹਾਰਾ। ਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਉੱਤੇ ਮਿਹਰ ਦੀ ਨਿਗਾਹ ਦੇ ਨਾਲ ਤੱਕਿਆ। ਗੁਰ ਪ੍ਰਸਾਦੀ, ਜਦੋਂ ਗੁਰੂ ਨੇ ਕਿਰਪਾ ਕੀਤੀ, ਨਦਰ ਨਿਹਾਰਾ, ਤਦੋਂ ਵਾਹਿਗੁਰੂ ਨੇ ਮੇਰੇ ਤੇ ਨਦਰ ਕੀਤੀ, ਮੇਰੇ ਤੇ ਮੈਨੂੰ ਦੇਖਿਆ, ਨਿਹਾਰਿਆ ਨਦਰ ਕਰਕੇ ਕਿਰਪਾ ਦੇ ਨਾਲ। ਜਲ ਥਲ ਮਈਲ ਸਭ ਤ੍ਰਿਪਤਾਣੇ। ਸਤਿਗੁਰ ਕਹਿੰਦੇ ਜਲ ਪਾਣੀ ਵਿੱਚ, ਥਲ ਧਰਤੀ ਉੱਤੇ, ਮਹੀਲ ਦਾ ਅਰਥ ਹੁੰਦਾ ਹੈ ਧਰਤੀ ਦਾ ਉੱਪਰਲਾ ਹਿੱਸਾ, ਭਾਵ ਆਕਾਸ਼ ਦੇ ਵਿੱਚ। ਸਭ ਤ੍ਰਿਪਤਾਣੇ, ਸਾਰੇ ਰੱਜ ਗਏ। ਸਾਧੂ ਚਰਨ ਪਖਾਲੀ ਜੀਓ। ਕਹਿੰਦੇ ਆ ਜਿਵੇਂ ਸਤਿਗੁਰਾਂ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਬਰਖਾ ਹੋਣ ਦੇ ਨਾਲ ਜਲ ਦੇ ਜੀਵ ਵੀ ਜਿਹੜੇ ਆ ਉਹ ਰੱਜ ਜਾਂਦੇ ਆ, ਉਹਨਾਂ ਦੇ ਉਹ ਵੀ ਸੁਖੀ ਹੁੰਦੇ ਆ। ਥਲ ਪਾਣੀ ਵਾਲੇ ਜੀਵ ਵੀ ਸੁਖੀ ਹੋ ਜਾਂਦੇ ਆ। ਫਿਰ ਆਕਾਸ਼ 'ਚ ਉੱਡਣ ਵਾਲੇ ਜੀਵ ਜਿਹੜੇ ਉਹ ਵੀ ਸੁਖੀ ਹੋ ਜਾਂਦੇ ਆ। ਤੇ ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਉਸ ਵਾਹਿਗੁਰੂ ਨੇ ਜਦੋਂ ਮੇਰੇ ਤੇ ਕਿਰਪਾ ਕੀਤੀ, ਗੁਰੂ ਦੁਆਰਾ ਉਹਨੇ ਮੇਰੇ ਤੇ ਕਿਰਪਾ ਕੀਤੀ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੱਲ ਨੇ ਮਿਹਰ ਦੀ ਨਿਗਾਹ ਦੇ ਨਾਲ ਤੱਕਿਆ, ਤੇ ਸਤਿਗੁਰੂ ਕਹਿੰਦੇ ਉਸੇ ਪ੍ਰਕਾਰ ਜਿਵੇਂ ਇਹ ਸਾਰੇ 3 ਪ੍ਰਕਾਰ ਦੇ ਜੀਵ ਸੁਖੀ ਹੋ ਜਾਂਦੇ ਆ, ਤ੍ਰਿਪਤ ਹੋ ਜਾਂਦੇ ਆ, ਰੱਜ ਜਾਂਦੇ ਆ, ਤ੍ਰਿਪਤਾਣੇ। ਸਾਧੂ ਚਰਨ ਪਖਾਲੀ ਜੀਓ। ਜਦੋਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਗੁਰੂ ਦੇ ਕੋਲ ਬੈਠਦਾ ਹਾਂ, ਜਿਵੇਂ ਇਹ ਸਾਰੇ ਜੀਵ ਜੰਤੂ ਸੁਖੀ ਹੋ ਜਾਂਦੇ, ਉਸੇ ਪ੍ਰਕਾਰ ਮੈਂ ਸੁਖੀ ਹੋ ਜਾਂਦਾ। ਕਿਵੇਂ ਸੁਖੀ ਹੁੰਨਾ? ਜਦੋਂ ਮੈਂ ਸਾਧੂ ਚਰਨ ਪਖਾਲੀ ਜੀਓ, ਜਦੋਂ ਮੈਂ ਸਾਧੂ ਭਾਵ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹੈ, ਗੁਰੂ ਦੇ ਚਰਨ ਧੋਨਾ ਹਾਂ, ਭਾਵ ਗੁਰੂ ਦੇ ਕੋਲ ਆਉਣਾ। ਫਿਰ ਆਪ ਜੀ ਨੇ ਧਿਆਨ ਦੇਣਾ, ਕਿਉਂਕਿ ਇਸ ਬੰਦ ਦੇ ਅਰਥ ਥੋੜੇ ਜਿਹੇ ਧਿਆਨ ਦੇਣ ਵਾਲੇ, ਕਿਉਂਕਿ ਆਪਾਂ ਸਾਧ ਸੰਗਤ ਜੋ ਸਭ ਤੋਂ ਪਹਿਲਾ ਸ਼ਬਦ ਆ ਨਾ, ਲਾਈਨ ਆ ਨਾ, ਸਭ ਤੋਂ ਪਹਿਲੀ ਪੰਕਤੀ, ਮੀਂਹ ਪਾਇਆ ਪਰਮੇਸ਼ਰ ਪਾਇਆ। ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦੇ ਕੇ ਸਾਰੇ ਸ਼ਬਦ ਸਮਝਾਇਆ। ਇੱਕ ਗੱਲ ਮਹਾਰਾਜ ਕਰਦੇ ਪਏ ਕਿ ਮੀਂਹ ਪੈਣ ਦੇ ਨਾਲ ਕਿਵੇਂ ਕਿਵੇਂ ਲੋਕ ਸੁਖੀ ਹੁੰਦੇ ਆ, ਮਨੁੱਖ ਸੁਖੀ ਹੁੰਦਾ ਹੈ, ਜੀਵ ਜੰਤੂ ਸੁਖੀ ਹੁੰਦੇ ਆ। ਤੇ ਦੂਸਰਾ ਮਹਾਰਾਜ ਨਾਲ ਦੱਸਦੇ ਪਏ ਆ ਕਿ ਇੱਕ ਮੇਰੇ ਅੰਦਰ ਮੀਂਹ ਪੈ ਰਿਹਾ ਨਾਮ ਦਾ, ਤੇ ਉਹ ਮੀਂਹ ਪਾ ਰਿਹਾ ਕੌਣ? ਗੁਰੂ। ਤੇ ਜਦੋਂ ਗੁਰੂ ਮੀਂਹ ਪਾਉਂਦਾ ਤੇ ਮੈਂ ਕਿਵੇਂ ਸੁਖੀ ਹੁੰਨਾ? ਤੇ ਮਹਾਰਾਜ ਕਹਿੰਦੇ ਜਿਵੇਂ ਇਹ ਜੀਵ ਜੰਤੂ ਸੁਖੀ ਹੁੰਦੇ ਆ ਨਾ, ਉਸੇ ਪ੍ਰਕਾਰ ਮੈਂ ਵੀ ਸੁਖੀ ਹੋ ਰਿਹਾ। ਜਿਵੇਂ ਉਹਨਾਂ ਨੂੰ ਖੁਸ਼ੀ ਮਿਲਦੀ ਆ, ਬਬੀਹੇ ਜਿਹੜੇ ਉਹ ਚੀਕਦੇ ਆ, ਤੁਸੀਂ ਦੇਖਣਾ ਜਦੋਂ ਸਾਉਣ ਦੇ ਮਹੀਨੇ 'ਚ ਮੀਂਹ ਪੈਂਦਾ, ਸਾਰੀ ਧਰਤੀ ਵਿਆਕੁਲ ਹੁੰਦੀ ਹੈ ਪਾਣੀ ਦੇ ਖੁਣੋਂ। ਤੇ ਜਦੋਂ ਬਾਹਰ ਵਰਖਾ ਹੁੰਦੀ ਹੈ, ਫਿਰ ਸੱਪ ਵੀ ਬਾਹਰ ਆ ਜਾਂਦੇ ਆ, ਠੂਹੇ ਵੀ ਬਾਹਰ ਆ ਜਾਂਦੇ ਆ, ਫਿਰ ਪੰਛੀ ਵੀ ਉੱਡਦੇ ਆ, ਪਹਿਲਾਂ ਪਾਉਂਦੇ ਆ, ਬੰਗਲੇ ਉੱਡ ਕੇ ਕਿਤੇ ਇੱਧਰ ਨੂੰ ਜਾਂਦੇ, ਕਿਤੇ ਉੱਧਰ ਨੂੰ ਜਾਂਦੇ। ਆਪ ਜੀ ਨੇ ਵੇਖਿਆ ਹੋਏਗਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਉਹ ਸੁਖੀ ਹੋ ਜਾਂਦੇ ਆ ਨਾ, ਤ੍ਰਿਪਤ ਜਾਂਦੇ ਆ, ਉਸੇ ਪ੍ਰਕਾਰ ਮੈਂ ਵੀ ਤ੍ਰਿਪਤ ਜਾਣਾ। ਕਦੋਂ ਤ੍ਰਿਪਤ ਨਾ? ਜਦੋਂ ਗੁਰੂ ਦੇ ਕੋਲ ਬੈਠਦਾ। ਸਾਧੂ ਚਰਨ ਪਖਾਲੀ ਜੀਓ। ਜਦੋਂ ਮੈਂ ਗੁਰੂ ਦੇ ਕੋਲ ਆਉਣਾ ਹੈ ਤੇ ਉਸੇ ਪ੍ਰਕਾਰ ਮੇਰਾ ਵੀ ਮਨ ਸ਼ੀਤਲ ਹੋ ਜਾਂਦਾ ਹੈ, ਮੇਰਾ ਵੱਲ ਵੀ ਤ੍ਰਿਪਤ ਜਾਂਦਾ ਹੈ, ਰੱਜ ਜਾਂਦਾ ਹੈ ਮਾਇਆ ਵੱਲੋਂ, ਵਿਕਾਰਾਂ ਵੱਲੋਂ। ਫਿਰ ਮੈਂ ਨਾਮ ਜਪਦਾ। ਮਨ ਕੀ ਇੱਛ ਪੁਜਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰਾ। ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਓ। ਉਹ ਵਾਹਿਗੁਰੂ ਐਸਾ ਹੈ ਜਿਹੜਾ ਮਨ ਦੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ, ਸਾਰਿਆਂ ਜੀਵਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਵਾਹਿਗੁਰੂ। ਮਨ ਕੀ ਇੱਛ ਪੁਜਾਵਣ ਹਾਰ ਹੈ, ਸਮਰੱਥਾ ਰੱਖਦਾ ਹੈ ਸਾਰਿਆਂ ਦੀ ਇੱਛਾ ਪੂਰੀਆਂ ਕਰਨ ਦੀ। ਸਦਾ ਸਦਾ ਜਾਈ ਬਲਿਹਾਰਾ। ਸਤਿਗੁਰ ਕਹਿੰਦੇ ਮੈਂ ਉਹਦੇ ਤੋਂ ਸਦਾ ਵਾਸਤੇ ਬਲਿਹਾਰਨੇ ਜਾਣਾ, ਸਦ ਕੇ ਜਾਣਾ ਉਹਦੇ ਤੋਂ। ਨਾਨਕ ਦਾਨ ਕੀਆ ਦੁੱਖ ਭੰਜਨ। ਸਤਿਗੁਰ ਕਹਿੰਦੇ ਉਹ ਦੁੱਖ ਭੰਜਨ, ਉਸ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪ੍ਰਭੂ ਨੇ ਮੈਨੂੰ ਨਾਮ ਦੀ ਦਾਤ ਦੇ ਕੇ ਬਖਸ਼ਿਸ਼ ਕੀਤੀ। ਨਾਨਕ ਦਾਨ ਕੀਆ ਦੁੱਖ ਭੰਜਨ, ਦਾਨ ਦਿੱਤਾ ਉਸ ਦੁੱਖ ਭੰਜਨ ਨੇ। ਰੱਤੇ ਰੰਗ ਰਸਾਲੀ ਜੀਓ। ਉਹਦੀ ਬਖਸ਼ਿਸ਼, ਉਹਦੀ ਦਾਤ ਦੇ ਨਾਲ ਉਹ ਸਾਰੇ ਰਸਾਂ ਦਾ ਮਾਲਕ ਪ੍ਰਭੂ ਜਿਹੜਾ ਹੈ, ਉਹਦੇ ਪ੍ਰੇਮ ਵਿੱਚ ਮੈਂ ਰੰਗਿਆ ਗਿਆ। ਰੱਤੇ ਰੰਗ ਰਸਾਲੀ ਜੀਓ, ਉਹਦੇ ਰੰਗ ਦੇ ਵਿੱਚ ਰੰਗਿਆ ਗਿਆ। ਉਹਦੀ ਕਿਰਪਾ ਦੀ, ਉਹਦੀ ਮਿਹਰ ਦੀ ਨਿਗਾਹ ਦੇ ਨਾਲ ਉਹਨੇ ਦਾਨ ਦਿੱਤਾ, ਉਹਨੇ ਮੇਰੇ ਸਾਰੇ ਦੁੱਖ ਖਤਮ ਕਰ ਦਿੱਤੇ। ਐਸਾ ਨਾਮ ਦਾ ਦਾਨ ਦਿੱਤਾ ਕਿ ਮੇਰਾ ਮਨ ਉਹਦੇ ਚਰਨਾਂ ਦੇ ਵਿੱਚ ਜੁੜ ਗਿਆ, ਉਹਦੇ ਰੰਗ 'ਚ ਰੰਗਿਆ ਗਿਆ। ਕਿਹਦੇ ਰੰਗ 'ਚ? ਉਸ ਪਰਮੇਸ਼ਰ ਦੇ, ਜਿਹਨੇ ਮੀਂਹ ਪਾਇਆ, ਜਿਹਨੇ ਨਾਮ ਦਾ ਮੀਂਹ ਪਾਇਆ, ਜਿਹੜਾ ਧਰਤੀ ਤੇ ਮੀਂਹ ਪਾਉਂਦਾ ਹੈ, ਉਸ ਵਾਹਿਗੁਰੂ ਦੇ ਚਰਨਾਂ 'ਚ ਮੇਰਾ ਮਨ ਜੁੜ ਗਿਆ। ਸਦਾ ਵਾਸਤੇ ਉਹਦੇ ਨਾਲ ਰੰਗ ਲੱਗ ਗਿਆ।
ਸੋ ਸਤਿਗੁਰੂ ਰਹਿਮਤ ਕਰਨ 32 ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦੇ ਆਪਾਂ ਸੰਪੂਰਨ ਕਰ ਲਏ ਨੇ ਸੰਥਿਆ ਤੇ ਵਿਚਾਰ। ਕੱਲ ਨੂੰ 33ਵਾਂ ਸ਼ਬਦ ਆਪਾਂ ਆਰੰਭ ਕਰਨਾ ਹੈ। ਸੋ ਸਤਿਗੁਰੂ ਰਹਿਮਤ ਕਾਰਨ ਇੰਨੀਆਂ ਕੁ ਬੇਨਤੀਆਂ ਆਪ ਸਰਬਾ ਸੰਗਤ ਨੇ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਰਹਿਮਤ ਕਾਰਨ ਉਪਦੇਸ਼ ਗੁਰੂ ਦਾ ਹਿਰਦੇ 'ਚ ਵਸੇ। ਇੱਥੇ ਹੀ ਸਮਾਪਤੀ ਹੈ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।